ਹੈਲੋ एवरीवन ਵੈਲਕਮ ਟੂ IPC ਇੰਸਟੀਚਿਊਟ। IPC ਇੰਸਟੀਚਿਊਟ ਦੇ YouTube ਚੈਨਲ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਤਾਂ ਜੀ ਹਾਜ਼ਰ ਹਾਂ ਅਸੀਂ ਕਰੰਟ ਅਫੇਅਰ ਦੀ 3rd ਵੀਡੀਓ ਲੈ ਕੇ। ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਕਵਰ ਕਰਾਂਗੇ 15 ਜਨਵਰੀ ਤੋਂ ਲੈ ਕੇ 22 ਜਨਵਰੀ ਤੱਕ ਦੇ ਕਰੰਟ ਅਫੇਅਰਸ। ਜੋ ਸਟੂਡੈਂਟਸ ਸਾਡੇ ਚੈਨਲ ਉੱਪਰ ਨਿਊ ਨੇ ਉਹ ਸਭ ਤੋਂ ਪਹਿਲਾਂ ਸਾਡਾ YouTube ਚੈਨਲ ਇਸ ਨੂੰ ਸਬਸਕ੍ਰਾਈਬ ਕਰ ਲਓ। ਦੈਨ ਆਪਾਂ ਕੰਟੀਨਿਊ ਕਰਾਂਗੇ ਆਪਣਾ ਅੱਜ ਦਾ ਇਹ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਆਈ ਇੰਟਰੋਡਿਊਸ ਮਾਈ ਸੈਲਫ। ਮੇਰਾ ਨਾਮ ਹੈ ਜੀ ਬਲਰਾਜ ਸੋਮਲ ਐਂਡ ਆਈ ਐਮ ਦਾ ਓਨਰ ਆਫ IPC ਇੰਸਟੀਚਿਊਟ। ਇਸ ਲੈਕਚਰ ਰਿਗਾਰਡਿੰਗ ਸਾਡੇ ਆਫਲਾਈਨ ਆਨਲਾਈਨ ਕੋਰਸਿਸ ਰਿਗਾਰਡਿੰਗ ਤੁਹਾਨੂੰ ਕੋਈ ਵੀ ਕੁਐਰੀ ਲੈਣੀ ਹੈ ਤਾਂ ਦਿੱਤੇ ਗਏ ਨੰਬਰਸ ਦੇ ਉੱਤੇ ਤੁਸੀਂ ਕੁਐਰੀ ਲੈ ਸਕਦੇ ਹੋ। ਤੁਹਾਡੇ ਹਰ ਇੱਕ ਮੈਸੇਜ ਦਾ ਹਰ ਇੱਕ ਕਾਲ ਦਾ ਆਨਸਰ ਕੀਤਾ ਜਾਵੇਗਾ। YouTube ਤੋਂ ਇਲਾਵਾ ਤੁਸੀਂ ਸਾਨੂੰ ਇੰਸਟਾਗ੍ਰਾਮ ਉੱਪਰ, ਟੈਲੀਗ੍ਰਾਮ ਉੱਪਰ, WhatsApp ਉੱਪਰ ਜਾਂ ਫਿਰ Facebook ਉੱਪਰ ਫੋਲੋ ਕਰ ਸਕਦੇ ਹੋ। ਇਸ ਲੈਕਚਰ ਦੇ ਰਿਗਾਰਡਿੰਗ ਅਗਰ ਤੁਸੀਂ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਇੰਸਟਾਗ੍ਰਾਮ ਉੱਪਰ ਮੈਸੇਜ ਕਰਕੇ ਫੀਡਬੈਕ ਦੇ ਸਕਦੇ ਹੋ। ਤਾਂ ਸਟਾਰਟ ਕਰਦੇ ਹਾਂ ਜੀ ਅੱਜ ਦਾ ਲੈਕਚਰ। ਅਤੇ ਅੱਜ ਦੇ ਲੈਕਚਰ ਦਾ ਜੋ ਫਸਟ ਕੁਐਸਚਨ ਹੈ ਉਹ ਕੀ ਹੈ ਜੀ? ਯੂਨੀਅਨ ਗਵਰਨਮੈਂਟ ਹੈਜ਼ ਅਨਾਊਂਸਡ ਟੂ ਸੈਟ ਅਪ ਇੰਡੀਆਜ਼ ਫਸਟ ਸੈਂਟਰ ਆਫ ਐਕਸੀਲੈਂਸ ਫੋਰ ਆਨਲਾਈਨ ਗੇਮਿੰਗ ਇਨ ਵਿਚ ਸਟੇਟ। ਕੇਂਦਰ ਸਰਕਾਰ ਨੇ ਕਿਸ ਰਾਜ ਵਿੱਚ ਆਨਲਾਈਨ ਗੇਮਿੰਗ ਲਈ ਭਾਰਤ ਦਾ ਪਹਿਲਾ ਸੈਂਟਰ ਆਫ ਐਕਸੀਲੈਂਸ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ? ਤਾਂ ਆਨਸਰ ਹੈ ਜੀ ਮੇਘਾਲਿਆ ਦੇ ਵਿੱਚ। ਮੇਘਾਲਿਆ ਦੇ ਵਿੱਚ ਇੰਡੀਆ ਦਾ ਫਸਟ ਗੇਮਿੰਗ ਜੋ ਆਨਲਾਈਨ ਗੇਮਿੰਗ ਸੈਂਟਰ ਹੈ ਇਹ ਖੋਲ੍ਹਿਆ ਜਾਵੇਗਾ। ਸੈਕਿੰਡ ਕੁਐਸਚਨ ਜੀ, ਵਿਚ ਆਫ ਦਾ ਫੋਲੋਇੰਗ ਸਟੇਟ ਹੈਜ਼ ਆਰਗੇਨਾਈਜ਼ਡ ਗੰਗਾ ਸਾਗਰ ਮੇਲਾ ਔਨ ਮਕਰ ਸੰਕ੍ਰਾਂਤੀ। ਹੇਠ ਲਿਖੇ ਵਿੱਚੋਂ ਕਿਸ ਰਾਜ ਨੇ ਮਕਰ ਸੰਕ੍ਰਾਂਤੀ 'ਤੇ ਗੰਗਾ ਸਾਗਰ ਮੇਲਾ ਆਯੋਜਿਤ ਕੀਤਾ ਹੈ? ਤਾਂ ਆਨਸਰ ਹੈ ਜੀ ਵੈਸਟ ਬੰਗਾਲ, ਪੱਛਮੀ ਬੰਗਾਲ ਨੇ। ਥਰਡ ਕੁਐਸਚਨ, ਹੂ ਹੈਜ਼ ਇਨੈਗੋਰੇਟਡ ਦਾ ਸਕੂਲ ਆਫ ਲੌਜਿਸਟਿਕ ਵਾਟਰਵੇਜ਼ ਐਂਡ ਕਮਿਊਨੀਕੇਸ਼ਨ ਇਨ ਅਗਰਤਲਾ ਤ੍ਰਿਪੁਰਾ। ਅਗਰਤਲਾ ਤ੍ਰਿਪੁਰਾ ਵਿੱਚ ਸਕੂਲ ਆਫ ਲੌਜਿਸਟਿਕਸ ਵਾਟਰਵੇਜ਼ ਐਂਡ ਕਮਿਊਨੀਕੇਸ਼ਨ ਦਾ ਉਦਘਾਟਨ ਕਿਸ ਨੇ ਕੀਤਾ ਹੈ? ਤਾਂ ਆਨਸਰ ਹੈ ਜੀ ਸਰਵਨੰਦਾ ਸੋਨੋਵਾਲ। ਫੋਰਥ ਕੁਐਸਚਨ, ਵਿਚ ਆਫ ਦਾ ਫੋਲੋਇੰਗ ਸਟੇਟ ਹੈਜ਼ ਲਾਂਚਡ ਦਾ ਸ਼ੇਅਰਡ ਸਕੂਲ ਬੱਸ ਸਿਸਟਮ ਪ੍ਰਾਈਮ ਟੂਰਿਜ਼ਮ ਵਹੀਕਲਜ਼ ਐਂਡ ਐਗਰੀਕਲਚਰ ਰਿਸਪਾਂਸ ਵਹੀਕਲਜ਼ ਸਕੀਮ। ਹੇਠ ਦਿੱਤੇ ਰਾਜਾਂ ਵਿੱਚੋਂ ਕਿਸ ਨੇ ਸਾਂਝੀ ਸਕੂਲ ਬੱਸ ਪ੍ਰਣਾਲੀ, ਪ੍ਰਾਈਮ ਟੂਰਿਜ਼ਮ ਵਾਹਨ ਅਤੇ ਖੇਤੀਬਾੜੀ ਪ੍ਰਤੀਕਿਰਿਆ ਵਾਹਨ ਦੀ ਯੋਜਨਾ ਸ਼ੁਰੂ ਕੀਤੀ ਹੈ? ਤਾਂ ਆਨਸਰ ਹੈ ਜੀ ਮੇਘਾਲਿਆ ਨੇ। ਵਿਚ ਸਟੇਟ ਗਵਰਨਮੈਂਟ ਸਟੇਟ ਲੈਵਲ ਸਟੀਅਰਿੰਗ ਕਮੇਟੀ ਫੋਰ ਕੈਂਪਾ ਦੀ ਫੁੱਲ ਫਾਰਮ ਹੈ ਕੰਪਨਸੇਟਰੀ ਏਫੋਰੈਸਟੇਸ਼ਨ ਫੰਡ ਮੈਨੇਜਮੈਂਟ ਐਂਡ ਪਲੈਨਿੰਗ ਅਥਾਰਟੀ ਹੈਜ਼ ਅਪਰੂਵਡ ਐਨ ਐਨੂਅਲ ਪਲਾਨ ਆਫ ਰੁਪੀਜ਼ 1086 ਕਰੋੜ for 2023 and 2024। ਤਾਂ ਕੈਂਪਾ ਮੁਆਵਜ਼ਾ ਦੇਣ ਵਾਲੇ ਜੰਗਲਾਤ ਫੰਡ ਪ੍ਰਬੰਧਨ ਅਤੇ ਯੋਜਨਾ ਅਥਾਰਟੀ ਲਈ ਕਿਹੜੀ ਰਾਜ ਸਰਕਾਰ ਦੀ ਰਾਜ ਪੱਧਰੀ ਸਟੀਅਰਿੰਗ ਕਮੇਟੀ ਨੇ 1086 ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਪ੍ਰਵਾਨਗੀ ਦਿੱਤੀ ਹੈ 2023-24 ਦੇ ਲਈ? ਤਾਂ ਕਿਹੜੀ ਸਟੇਟ ਦੀ ਗਵਰਨਮੈਂਟ ਨੇ ਜੀ? ਉੜੀਸਾ ਸਟੇਟ ਦੀ ਗਵਰਨਮੈਂਟ ਨੇ ਇਹ ਜੋ ਅਪਰੂਵਲ ਹੈ ਇਸ ਨੂੰ ਠੀਕ ਹੈ ਜੀ ਅਪਰੂਵਡ ਕੀਤਾ ਹੈ। ਸਿਕਸਥ ਕੁਐਸਚਨ ਜੀ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੈਜ਼ ਵਰਚੁਅਲੀ ਫਲੈਗਡ ਆਫ ਦਾ 8th ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਕਨੈਕਟਿੰਗ ਸਿਕੰਦਰਾਬਾਦ ਵਿਚ ਸਿਟੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਕੰਦਰਾਬਾਦ ਨੂੰ ਕਿਸ ਸ਼ਹਿਰ ਨਾਲ ਜੋੜਨ ਵਾਲੀ 8ਵੀਂ ਬੰਦੇ ਭਾਰਤ ਐਕਸਪ੍ਰੈਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ? ਤਾਂ ਸਿਕੰਦਰਾਬਾਦ ਤੋਂ ਕਿੱਥੇ ਤੱਕ ਜੀ? ਵਿਸ਼ਾਖਾਪਟਨਮ ਤੱਕ ਇਹ 8th ਬੰਦੇ ਭਾਰਤ ਐਕਸਪ੍ਰੈਸ ਦੌੜੇਗੀ ਸਿਕੰਦਰਾਬਾਦ ਤੋਂ ਲੈ ਕੇ ਵਿਸ਼ਾਖਾਪਟਨਮ ਤੱਕ। 7th ਕੁਐਸਚਨ, ਇਨ ਵਿਚ ਸਿਟੀ ਦਾ ਫਸਟ G20 ਇਨਫਰਾਸਟਰਕਚਰ ਵਰਕਿੰਗ ਗਰੁੱਪ ਮੀਟਿੰਗ ਅੰਡਰ G20 ਇੰਡੀਆ ਪ੍ਰੈਜ਼ੀਡੈਂਸੀ ਵਿਲ ਬੀ ਹੈਲਡ ਔਨ 16 to 17 ਜਨਵਰੀ 2023। 16-17 ਜਨਵਰੀ 2023 ਨੂੰ G20 ਇੰਡੀਆ ਪ੍ਰੈਜ਼ੀਡੈਂਸੀ ਦੇ ਅਧੀਨ ਪਹਿਲੀ G20 ਬੁਨਿਆਦੀ ਢਾਂਚਾ ਵਰਕਿੰਗ ਗਰੁੱਪ ਦੀ ਮੀਟਿੰਗ ਕਿਸ ਸ਼ਹਿਰ ਵਿੱਚ ਹੋਵੇਗੀ? ਤਾਂ ਆਨਸਰ ਹੈ ਜੀ ਪੂਨੇ ਦੇ ਵਿੱਚ ਇਹ ਮੀਟਿੰਗ
की जाएगी। तो यह है जी थोड़ा G20 का जो फस्ट इंफ्रास्ट्रक्चर वर्किंग ग्रुप मीटिंग है जो पुणे में होनी है, उसके बारे कुछ जानकारी। तो जो फस्ट G20 इंफ्रास्ट्रक्चर वर्किंग ग्रुप मीटिंग है अंडर G20 जो इंडिया इस बार उसकी प्रेजिडेंसी इंडिया कर रहा है, ये 16 तो 17 जनवरी के पुणे में कराई जाएगी जी। द फर्म विल ब्रिंग टुगैदर द इंफ्रास्ट्रक्चर वर्किंग मैंबरस कंट्रीज गैसट कंट्रीज एंड इंटरनेशनल ऑर्गेनाइजेशन। जो भी इंडिया ने इंटरनेशनल ऑर्गेनाइजेशन ने इनवाइट किया, गैसट कंट्रीज ने इनवाइट किया, सारियां ही इस मीटिंग में भाग लैणगियां। ये की है कि एजेंडा की होगा जो 2023 के G20 की मीटिंग हो रही है, ये एजेंडा की रखा जाएगा। ये G20 हम जो न्यूज़ है वो देखो कि गई G20 जो सैकटरेट फॉर साइंस के लिए एज ए सर्व कर रहा, वो कर रहा है IISc बेंगलुरु एज ए सैकटरेट फॉर साइंस सर्व कर रहा है G20 के। फस्ट जो G20 मीटिंग होएगी वो पुडुचेरी के होएगी जी 31 जनवरी को। तो पहली G20 मीटिंग पुडुचेरी के 31 जनवरी को होगी। G20 फॉरन मिनिस्टर्स टू मीट इन न्यू दिल्ली में मिलेंगे जी मार्च 2023 के। अनुराग ठाकुर जो है वह G20 के बाई20 जो थीम्स ने ये थीम्स समिट लोगो वैबसाइट सब कुछ न्यू दिल्ली में लॉन्च करेंगे। तो जो फस्ट मीटिंग ऑफ द ग्लोबल पार्टनरशिप ऑफ फाइनैंशियल इनकलूजन वर्किंग ग्रुप ये कितने होगी, कलकत्ता के होगी। तो G20 के अधीन कुछ मीटिंग्स ने जिमें कि IWG इंफ्रास्ट्रक्चर वर्किंग ग्रुप की मीटिंग ये पुणे में होएगी। ग्लोबल पार्टनरशिप फॉर फाइनैंशियल इनकलूजन वर्किंग ग्रुप जो G20 की है इसकी मीटिंग कलकत्ता में होगी। जो फस्ट G20 मीटिंग है वो पुडुचेरी के होएगी। G20 का समिट लोगो वैबसाइट है सब कुछ अनुराग ठाकुर द्वारा न्यू दिल्ली में लॉन्च किया जाएगा। तो जो G20 फॉरन मिनिस्टर्स की मीट है ये भी न्यू दिल्ली में होगी मार्च 2023 के। तो इसका एज ए सैकटरेट IISc बेंगलुरु इसनों सर्व कर रहा है। तो देखते हैं नैक्सट अपना नैक्सट क्वेश्चन है 8वां क्वेश्चन जी। डिफेंस मिनिस्टर राजनाथ सिंह हैज़ लॉन्च्ड द सोल ऑफ स्टील चैलेंज इन विच स्टेट ऑन द ओकेशन ऑफ आर्म्ड फोर्सिस वैटरन्स डे। रक्षा मंत्री राजनाथ सिंह ने हथियारबंद सेनावां दे वैटरनर्स दिवस के मौके पर किस राज विच सोल ऑफ स्टील चैलेंज लॉन्च किया है। तो आंसर है जी उत्तराखंड के विच। सोल ऑफ स्टील चैलेंज देख लो जी। सोल ऑफ स्टील चैलेंज के की है जी, ये डिफेंस मिनिस्टर राजनाथ सिंह ने सोल ऑफ स्टील चैलेंज जो देहरादून उत्तराखंड के देहरादून के इस लॉन्च किया है ऑन द ओकेशन ऑफ आर्म्ड फोर्सिस वैटरन डे के उपर। सोल ऑफ स्टील चैलेंज जो है ये बेस्ड है ऑन द आयरन मैन ट्राइथलॉन ए लॉन्ग डिस्टेंस ट्राइएथलॉन जो कि यूरोप के की जाती है ताकि जो भी उन्होंने उत्थों के इंडिविजुअल्स ने उन्होंने फिजिकल कैपेबिलिटीज़ तू टेस्ट किया जा सके। तो इसलिए अपने जो आर्मी के जवान ने ठीक है सैनिक ने उन्होंने फिजिकल कैपेबिलिटी किन्नी है उसके लिए सोल ऑफ स्टील चैलेंज नू लॉन्च किया गया है आर्म्ड फोर्सिस वैटरन डे के उपर। हुण यूनियन मिनिस्टर जो न्यूज़ के विच ने डॉक्टर वीरेंद्र कुमार ने शिल्प समागम 2022 न्यू दिल्ली के इनैगोरेट किया। जी किसान रेड्डी इन्हों ने 11वां एडिशन मणिपुर संघाई फैसटीवल इसका उद्घाटन किया। जी किसान रेड्डी ने ही गंगा उत्सव 2022 न्यू दिल्ली में 6th एडिशन का इनैगोरेशन किया। राजनाथ सिंह ने 100 मीटर सियोम ब्रिज जो कि अरुणाचल प्रदेश के सियांग जिले में ओपन होया है इसका उद्घाटन किया। राजनाथ सिंह ने ही माँ भारत के सबूत इस वैबसाइट को भी किया है लॉन्च किया है। तो इस कुछ यूनियन मिनिस्टर्स ने जो कि न्यूज़ में चल रहे हैं। नैक्सट क्वेश्चन देखो जी 9th क्वेश्चन है पीयूष गोयल विल लॉन्च द मार्ग प्लेटफॉर्म टू फैसिलिटेट मेंटोरशिप बिटवीन स्टार्टअप्स एंड एंटरप्रेन्योर्स अक्रॉस सेक्टर स्टेजिस एंड फंक्शंस। व्हाट डज M स्टैंड फॉर इन मार्ग। पीयूष गोयल सैक्टरां पड़ावां ते फंक्शनां विच स्टार्टअप्स अते उद्यमियां विचकार सलाहकार की सहूलत लई मार्ग प्लेटफॉर्म लॉन्च करनगे। मार्ग विच M का की अर्थ है। तो मार्ग दे विच M का अर्थ है जी मैंटोरशिप। तो फुल फॉर्म की है मार्ग की फुल फॉर्म है मैंटोरशिप एडवाइजरी असिस्टेंस
ਰੀਸਾਈਲੈਂਸ ਐਂਡ ਗਰੋਥ। ਇਸ ਦੀ ਫੁੱਲ ਫਾਰਮ ਹੈ ਮਾਰਗ ਦੀ। ਨੈਕਸਟ ਕੁਐਸਚਨ, ਯੂਨੀਅਨ ਮਿਨਿਸਟਰ ਫॉर ਲੇਬਰ ਐਂਡ ਇੰਪਲੋਇਮੈਂਟ ਭੁਪਿੰਦਰ ਯਾਦਵ has inaugurated the regional office of EPFO in which district of Rajasthan state recently। ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰੀ ਭੁਪਿੰਦਰ ਯਾਦਵ ਨੇ ਹਾਲ ਹੀ ਵਿੱਚ ਰਾਜਸਥਾਨ ਰਾਜ ਦੇ ਕਿਸ ਜ਼ਿਲ੍ਹੇ ਵਿੱਚ EPFO ਦੇ ਖੇਤਰੀ ਦਫ਼ਤਰ ਦਾ ਉਦਘਾਟਨ ਕੀਤਾ ਹੈ? ਤਾਂ ਆਨਸਰ ਹੈ ਜੀ ਅਲਵਰ। ਅਲਵਰ ਦੇ ਵਿੱਚ ਇਸ ਦਾ ਉਦਘਾਟਨ ਕੀਤਾ ਗਿਆ ਹੈ। Who has announced the Arogya Maitri project during the Voice of Global South Summit? Voice of Global South Summit ਦੌਰਾਨ ਅਰੋਗਿਆ ਮੈਤਰੀ ਪ੍ਰੋਜੈਕਟ ਦੀ ਘੋਸ਼ਣਾ ਕਿਸ ਨੇ ਕੀਤੀ ਹੈ? ਤਾਂ ਕਿਸ ਨੇ ਕੀਤੀ ਹੈ ਜੀ? ਨਰਿੰਦਰ ਮੋਦੀ ਨੇ। Which company has signed non-binding MOU with the Uttar Pradesh government to extend financial assistance for various projects during UP Global Investors Summit in Delhi? ਕਿਸ ਕੰਪਨੀ ਨੇ ਦਿੱਲੀ ਵਿੱਚ UP ਗਲੋਬਲ ਇਨਵੈਸਟਰਸ ਸਮਿਟ ਦੌਰਾਨ ਵੱਖ-ਵੱਖ ਪ੍ਰੋਜੈਕਟਾਂ ਲਈ ਵਿੱਤੀ ਸਹਾਇਤਾ ਵਧਾਉਣ ਲਈ ਉੱਤਰ ਪ੍ਰਦੇਸ਼ ਸਰਕਾਰ ਨਾਲ ਗੈਰ ਬਾਈਂਡਿੰਗ ਸਮਝੌਤਿਆਂ ਦੇ ਹਸਤਾਖਰ ਕੀਤੇ ਹਨ? ਤਾਂ ਕਿਸ ਨੇ ਕੀਤੇ ਹਨ ਜੀ? REC ਲਿਮਟਿਡ ਦੁਆਰਾ। Which state UT's government has launched a virtual mega book fair for state government schools? ਕਿਹੜੇ ਰਾਜ ਜਾਂ UT ਸਰਕਾਰ ਨੇ ਰਾਜ ਦੇ ਸਰਕਾਰੀ ਸਕੂਲਾਂ ਲਈ ਇੱਕ ਵਰਚੁਅਲ ਮੈਗਾ ਪੁਸਤਕ ਮੇਲਾ ਸ਼ੁਰੂ ਕੀਤਾ ਹੈ? ਤਾਂ ਆਨਸਰ ਹੈ ਜੀ ਦਿੱਲੀ। ਦਿੱਲੀ ਨੇ ਇਸ ਨੂੰ ਸਟਾਰਟ ਕੀਤਾ ਹੈ। Recently, which state has entered the Guinness Book of World Record by taking 4500 plenty kicks in 12 hours? ਹਾਲ ਹੀ ਵਿੱਚ ਕਿਸ ਰਾਜ ਨੇ 12 ਘੰਟਿਆਂ ਵਿੱਚ 4500 ਪਲੈਂਟੀ ਕਿੱਕ ਦੇ ਲੈ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਾਖਲਾ ਲਿਆ ਹੈ? ਤਾਂ ਆਨਸਰ ਹੈ ਜੀ ਕੇਰਲਾ। ਕੇਰਲਾ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਬਣਾਇਆ ਹੈ ਜੀ 12 ਘੰਟਿਆਂ ਵਿੱਚ 4500 ਪਲੈਂਟੀ ਕਿੱਕਸ ਲੈ ਕੇ। Which of the following has specified identity standards for basmati rice for the first time? ਹੇਠ ਲਿਖਿਆਂ ਵਿੱਚੋਂ ਕਿਸ ਨੇ ਪਹਿਲੀ ਵਾਰ ਬਾਸਮਤੀ ਚੌਲਾਂ ਲਈ ਪਛਾਣ ਮਾਪਦੰਡ ਨਿਰਧਾਰਿਤ ਕੀਤੇ ਹਨ? ਫਸਾਈ ਦੁਆਰਾ। ਫੂਡ ਸਿਕਿਉਰਿਟੀ ਜੋ ਅਥਾਰਟੀ ਹੈ ਇੰਡੀਆ ਦੀ, ਉਸ ਦੁਆਰਾ ਇਸ ਨੂੰ ਪਹਿਲੀ ਵਾਰ ਬਾਸਮਤੀ ਰਾਈਸ ਕਿਹੜੇ ਬਹੁਤ ਵਧੀਆ ਨੇ ਕਿਹੜੇ ਵਧੀਆ ਨਹੀਂ ਹਨ ਉਸ ਦੇ ਲਈ ਆਈਡੈਂਟੀਟੀ ਸਟੈਂਡਰਡਸ ਨੂੰ ਸਪੈਸੀਫਾਈ ਕੀਤਾ ਹੈ। ਠੀਕ ਹੈ ਜੀ, ਫਸਾਈ ਦੁਆਰਾ। Union Minister Dr. Jitendra Singh has informed that by which year the entire country will be covered by the Doppler weather radar network to predict extreme weather events more accurately? ਕੇਂਦਰੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਦੱਸਿਆ ਹੈ ਕਿ ਕਿਸ ਸਾਲ ਤੱਕ ਪੂਰੇ ਦੇਸ਼ ਨੂੰ ਡੋਪਲਰ ਮੌਸਮ ਰਡਾਰ ਨੈਟਵਰਕ ਦੁਆਰਾ ਕਵਰ ਕੀਤਾ ਜਾਵੇਗਾ ਤਾਂ ਜੋ ਮੌਸਮ ਦੀਆਂ ਅਤਿਅੰਤ ਘਟਨਾਵਾਂ ਦੀ ਵਧੇਰੇ ਸਹੀ ਭਵਿੱਖਬਾਣੀ ਕੀਤੀ ਜਾ ਸਕੇ? ਤਾਂ ਆਨਸਰ ਹੈ ਜੀ 2025 ਤੱਕ। Indian Railways has announced to run the Bharat Gaurav Deluxe AC tourist train to strengthen relation between India and which country? ਭਾਰਤੀ ਰੇਲਵੇ ਨੇ ਭਾਰਤ ਅਤੇ ਕਿਸ ਦੇਸ਼ ਵਿਚਕਾਰ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਭਾਰਤ ਗੌਰਵ ਡੀਲਕਸ AC ਟੂਰਿਸਟ ਟ੍ਰੇਨ ਚਲਾਉਣ ਦਾ ਐਲਾਨ ਕੀਤਾ ਹੈ? ਤਾਂ ਆਨਸਰ ਹੈ ਜੀ ਨੇਪਾਲ। ਇੰਡੀਆ ਅਤੇ ਨੇਪਾਲ ਦੇ ਵਿੱਚ ਇਸ ਦੇ ਨਾਲ ਜੋ ਰਿਲੇਸ਼ਨਸ ਨੇ ਉਹ ਹੋਰ ਵੀ ਜ਼ਿਆਦਾ ਸਟਰੋਂਗ ਹੋਣਗੇ। Who has launched a geospatial hackathon to promote innovation and startups in India's geospatial ecosystem? ਭਾਰਤ ਦੇ ਜੀਓਸਪੈਸ਼ਲ ਇਕੋਸਿਸਟਮ ਵਿੱਚ ਇਨੋਵੇਸ਼ਨ ਅਤੇ ਸਟਾਰਟਅਪ ਨੂੰ ਉਤਸ਼ਾਹਿਤ ਕਰਨ ਲਈ ਜੀਓਸਪੈਸ਼ੀਅਲ ਹੈਕਾਥੌਨ ਕਿਸ ਨੇ ਸ਼ੁਰੂ ਕੀਤਾ ਹੈ? ਜਤਿੰਦਰ ਸਿੰਘ ਦੁਆਰਾ ਇਸ ਨੂੰ ਸ਼ੁਰੂ ਕੀਤਾ ਗਿਆ ਹੈ ਜੀ। Which of the following state has become the first state to implement a policy to control blindness with the objective of ensuring the right to sight? ਨਿਮਨਲਿਖਤ ਵਿੱਚੋਂ ਕਿਹੜਾ ਰਾਜ ਨਜ਼ਰ ਦੇ ਅਧਿਕਾਰ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਅੰਨ੍ਹੇਪਣ ਨੂੰ ਕੰਟਰੋਲ ਕਰਨ ਲਈ ਨੀਤੀ ਲਾਗੂ ਕਰਨ ਵਾਲਾ ਪਹਿਲਾ ਰਾਜ ਬਣ ਗਿਆ ਹੈ? ਤਾਂ ਆਨਸਰ ਹੈ ਜੀ ਰਾਜਸਥਾਨ। The first health working group meeting under G20 India presidency will be held from the 18th to 20 January 2023 in which city? G20 ਇੰਡੀਆ ਪ੍ਰੈਜ਼ੀਡੈਂਸੀ ਦੇ ਅਧੀਨ ਪਹਿਲੀ ਹੈਲਥ ਵਰਕਿੰਗ ਗਰੁੱਪ ਦੀ ਮੀਟਿੰਗ
18 ਤੋਂ 20 ਜਨਵਰੀ 2023 ਤੱਕ ਕਿਸ ਸ਼ਹਿਰ ਵਿੱਚ ਹੋਵੇਗੀ? ਤ੍ਰਿਵੈਂਥਪੁਰਮ ਕੇਰਲਾ ਦੇ ਵਿੱਚ ਇਹ ਮੀਟਿੰਗ ਕੀਤੀ ਜਾਵੇਗੀ। As part of the G20 presidency, a business 20 inspection meeting will be organized at which city from 22 to 24 January 2023? G20 ਪ੍ਰੈਜ਼ੀਡੈਂਸੀ ਦੇ ਹਿੱਸੇ ਵਜੋਂ 22 ਤੋਂ 24 ਜਨਵਰੀ 2023 ਤੱਕ ਕਿਸ ਸ਼ਹਿਰ ਵਿੱਚ ਬਿਜ਼ਨਸ 20 ਦੀ ਸ਼ੁਰੂਆਤ ਮੀਟਿੰਗ ਆਯੋਜਿਤ ਕੀਤੀ ਜਾਵੇਗੀ? ਗਾਂਧੀਨਗਰ ਗੁਜਰਾਤ ਦੇ ਵਿੱਚ ਇਸ ਦੀ ਜੋ ਆਰਗੇਨਾਈਜੇਸ਼ਨ ਹੋਏਗੀ ਜੀ, ਇਹ ਆਰਗੇਨਾਈਜ਼ਡ ਹੋਵੇਗੀ ਮੀਟਿੰਗ ਬਿਜ਼ਨਸ 20 ਅੰਡਰ G20 ਦੇ। ਥਿੰਕ 20 ਮੀਟਿੰਗ ਅੰਡਰ ਦਾ G20 ਹੈਜ਼ ਬਿਗਨ ਇਨ ਵਿਚ ਸਿਟੀ ਆਫ ਇੰਡੀਆ? ਸੋਚੋ G20 ਦੀ ਮੀਟਿੰਗ ਭਾਰਤ ਦੇ ਕਿਸ ਸ਼ਹਿਰ ਵਿੱਚ ਸ਼ੁਰੂ ਹੋਈ ਹੈ? ਤਾਂ ਆਨਸਰ ਹੈ ਜੀ ਭੋਪਾਲ, ਮੱਧ ਪ੍ਰਦੇਸ਼ ਦੇ ਵਿੱਚ। ਮਾਘੀ ਮੇਲਾ ਫੈਸਟੀਵਲ ਹੈ ਸੈਲੀਬ੍ਰੇਟਡ ਇਨ ਵਿਚ ਸਟੇਟ? ਮਾਘੀ ਮੇਲਾ ਕਿਸ ਰਾਜ ਵਿੱਚ ਮਨਾਇਆ ਜਾਂਦਾ ਹੈ? ਤਾਂ ਆਨਸਰ ਹੈ ਜੀ ਪੰਜਾਬ ਦੇ ਵਿੱਚ ਮਾਘੀ ਮੇਲਾ ਮਨਾਇਆ ਜਾਂਦਾ ਹੈ। NTPC ਰੀਨਿਊਏਬਲ ਐਨਰਜੀ ਲਿਮਿਟਡ ਹੈਜ਼ ਸਾਈਨਡ ਐਨ MOU ਵਿਦ ਵਿਚ ਸਟੇਟ ਫॉर द ਡਿਵੈਲਪਮੈਂਟ ਆਫ ਫਲੋਟਿੰਗ ਐਂਡ ਗਰਾਊਂਡ ਮਾਊਂਟਡ ਬੇਸਡ ਰੀਨਿਊਏਬਲ ਐਨਰਜੀ ਪ੍ਰੋਜੈਕਟ? NTPC ਰੀਨਿਊਏਬਲ ਐਨਰਜੀ ਲਿਮਿਟਡ ਨੇ ਫਲੋਟਿੰਗ ਅਤੇ ਗਰਾਊਂਡ ਮਾਊਂਟਡ ਆਧਾਰਿਤ ਨਵੀਨਯੋਗ ਊਰਜਾ ਪ੍ਰੋਜੈਕਟ ਦੇ ਵਿਕਾਸ ਲਈ ਕਿਸ ਰਾਜ ਨਾਲ ਇੱਕ AMU ਤੇ ਹਸਤਾਖਰ ਕੀਤੇ ਹਨ? ਤਾਂ ਆਨਸਰ ਹੈ ਜੀ ਤ੍ਰਿਪੁਰਾ ਤੇ NTPC ਦੇ ਵਿਚਕਾਰ ਇਹ ਸਾਈਨ ਹੋਏ ਨੇ। ਅਗਲਾ ਕੁਐਸਚਨ ਜੀ, ਵਿਚ ਫਿਲਮ ਵਿਲ ਬੀ ਸਕਰੀਨਡ ਐਟ ਦਾ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਫਿਲਮ ਫੈਸਟੀਵਲ ਇਨ ਜਨਵਰੀ 2023? ਜਨਵਰੀ 2023 ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਫਿਲਮ ਫੈਸਟੀਵਲ ਵਿੱਚ ਕਿਹੜੀ ਫਿਲਮ ਦਿਖਾਈ ਜਾਵੇਗੀ? ਤਾਂ ਆਨਸਰ ਹੈ ਜੀ ਤੁਲਸੀਦਾਸ ਜੂਨੀਅਰ ਨੂੰ ਦਿਖਾਇਆ ਜਾਵੇਗਾ। The National Council of Education Research and Training NCERT has notified India's first National Assessment Regulator PERC recently. What is the meaning of the second A in the PERC? ਤਾਂ ਜੀ ਜੋ PERC ਇਹਨਾਂ ਨੇ NCERT ਨੇ ਇੱਕ ਚਲਾਈ ਗਈ ਹੈ ਸਿਸਟਮ ਜੀ, ਉਸ ਦੇ ਵਿੱਚ ਉਹਨਾਂ ਨੇ A ਦਾ ਮਤਲਬ ਪੁੱਛਿਆ ਦੂਸਰੇ ਦਾ, ਤਾਂ ਉਹਦਾ ਆਨਸਰ ਹੈ ਜੀ ਐਨਾਲਾਈਸਿਸ। ਅਤੇ PERC ਦੀ ਫੁੱਲ ਫਾਰਮ ਕੀ ਹੈ? ਪਰਫੋਰਮੈਂਸ ਅਸੈਸਮੈਂਟ ਰਿਵਿਊ ਐਂਡ ਐਨਾਲਾਈਸਿਸ ਆਫ ਨੌਲੇਜ ਫॉर ਹੋਲਿਸਟਿਕ ਡਿਵੈਲਪਮੈਂਟ। ਵਿਚ ਸਟੇਟ ਹੈਜ਼ ਲਾਂਚਡ ਦਾ ਸੈਕਿੰਡ ਫੇਜ਼ ਆਫ ਦਾ ਕਾਂਤੀ ਵੈਲਗੂ ਇਨੀਸ਼ੀਏਟਿਵ ਇਨ ਖੰਮਮ ਡਿਸਟ੍ਰਿਕਟ? ਕਿਸ ਰਾਜ ਨੇ ਖੰਮਮ ਜ਼ਿਲ੍ਹੇ ਵਿੱਚ ਕਾਂਤੀ ਵੈਲਗੂ ਪਹਿਲਕਦਮੀ ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਹੈ? ਤਾਂ ਆਨਸਰ ਹੈ ਜੀ ਤੇਲੰਗਾਨਾ ਗਵਰਨਮੈਂਟ ਦੇ ਵਿੱਚ ਨੇ ਕਿਸ ਨੂੰ ਕੀਤਾ ਹੈ। Recently, which edition of the Kerala Literature Festival has concluded in Kozhikode, Kerala? ਹਾਲ ਹੀ ਵਿੱਚ ਕੇਰਲ ਲਿਟਰੇਚਰ ਫੈਸਟੀਵਲ ਦਾ ਕਿਹੜਾ ਐਡੀਸ਼ਨ ਕੋਝੀਕੋਡ ਕੇਰਲਾ ਵਿੱਚ ਸਮਾਪਤ ਹੋਇਆ ਹੈ? ਤਾਂ ਆਨਸਰ ਹੈ ਜੀ 6th ਐਡੀਸ਼ਨ ਸੀਗਾ ਜੀ ਕੇਰਲਾ ਲਿਟਰੇਚਰ ਫੈਸਟੀਵਲ ਦਾ, ਜੋ ਕਿ ਕੋਝੀਕੋਡੇ ਕੇਰਲਾ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ। The Archaeological Survey of India ASI has discovered 2 miniature stupas within the complex of the World Heritage Site National Mahavihara in the Nalanda district of Bihar recently. The stupas are around how many years old? ਭਾਰਤੀ ਪੁਰਾਤੱਤਵ ਸਰਵੇਖਣ ASI ਨੇ ਹਾਲ ਹੀ ਵਿੱਚ ਬਿਹਾਰ ਦੇ ਨਲੰਦਾ ਜ਼ਿਲ੍ਹੇ ਵਿੱਚ ਵਿਸ਼ਵ ਵਿਰਾਸਤੀ ਸਥਾਨ ਰਾਸ਼ਟਰੀ ਮਹਾਵਿਹਾਰ ਦੇ ਕੰਪਲੈਕਸ ਦੇ ਅੰਦਰ 2 ਲਘੂ ਸਤੂਪਾਂ ਦੀ ਖੋਜ ਕੀਤੀ ਹੈ। ਇਹ ਸਤੂਪ ਕਿੰਨੇ ਸਾਲ ਪੁਰਾਣੇ ਹਨ? ਤਾਂ ਆਨਸਰ ਹੈ ਜੀ 1200 ਸਾਲ ਪੁਰਾਣੇ। ਵਿਚ ਸਟੇਟ ਗਵਰਨਮੈਂਟ ਵਿਲ ਲਾਂਚ ਇਟਸ ਫਸਟ ਮੇਜਰ ਐਜੂਕੇਸ਼ਨ ਪ੍ਰੋਜੈਕਟ ਸਕੂਲਸ ਆਫ ਐਮੀਨੈਂਸ? ਕਿਹੜੀ ਰਾਜ ਸਰਕਾਰ ਆਪਣਾ ਪਹਿਲਾ ਵੱਡਾ ਸਿੱਖਿਆ ਪ੍ਰੋਜੈਕਟ ਸਕੂਲ ਆਫ ਐਮੀਨੈਂਸ ਲਾਂਚ ਕਰੇਗੀ? ਤਾਂ ਆਨਸਰ ਹੈ ਜੀ ਪੰਜਾਬ ਗਵਰਨਮੈਂਟ ਇਸ ਨੂੰ ਲਾਂਚ ਕਰੇਗੀ ਸਕੂਲ ਆਫ ਐਮੀਨੈਂਸ। ਦੇਖੋ ਕੀ ਹੈ, ਸਕੂਲ ਆਫ ਐਮੀਨੈਂਸ ਜੋ ਪ੍ਰੋਜੈਕਟ ਹੈ ਪੰਜਾਬ ਗਵਰਨਮੈਂਟ ਵੱਲੋਂ ਲਾਂਚ ਕੀਤਾ ਜਾ ਰਿਹਾ ਹੈ। ਦ ਪੰਜਾਬ ਗਵਰਨਮੈਂਟ ਵਿਲ ਲਾਂਚ ਇਟਸ ਫਸਟ ਮੇਜਰ ਐਜੂਕੇਸ਼ਨ ਪ੍ਰੋਜੈਕਟ ਸਕੂਲ ਆਫ ਐਮੀਨੈਂਸ। ਇਟ ਵਿਲ ਬੀ ਲਾਂਚਡ ਐਟ ਦਾ ਇੰਡੀਅਨ ਸਕੂਲ ਆਫ ਬਿਜ਼ਨਸ। ਇਹ ਮੋਹਾਲੀ ਦੇ ਵਿੱਚ ਲਾਂਚ ਕੀਤਾ ਜਾਊਗਾ ਜੀ। ਇੰਡੀਅਨ ਸਕੂਲ ਆਫ ਬਿਜ਼ਨਸ ਸਾਡੇ ਮੋਹਾਲੀ ਦੇ ਵਿੱਚ ਹੈ, ਉੱਥੇ ਇਸ ਨੂੰ ਲਾਂਚ ਕੀਤਾ ਜਾਵੇਗਾ। ਅਤੇ ਇਸ ਪ੍ਰੋਜੈਕਟ ਦੇ ਅੰਡਰ ਜੋ ਸਟੇਟ ਗਵਰਨਮੈਂਟ ਹੈ ਇਹ ਅਪਗ੍ਰੇਡ ਕਰੇਗੀ ਜੋ ਗਵਰਨਮੈਂਟ ਸਕੂਲਸ ਨੇ,
ਇੰਟੂ ਸਕੂਲ ਆਫ ਐਮੀਨੈਂਸ 9ਵੀਂ ਤੋਂ ਲੈ ਕੇ 12ਵੀਂ ਕਲਾਸ ਤੱਕ। ਪੰਜਾਬ ਬਾਰੇ, ਇੱਕ ਪੰਜਾਬ ਦੀ ਕੈਪੀਟਲ ਚੰਡੀਗੜ੍ਹ ਹੈ ਜੀ, ਮੁੱਖ ਮੰਤਰੀ ਭਗਵੰਤ ਮਾਨ ਨੇ ਅਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ। ਤਾਂ ਇਹ ਜੀ, ਤਾਂ ਇਹਦੇ ਵਿੱਚ ਕੀ ਹੈ ਕਿ ਸਕੂਲਸ ਦਾ ਕੁਛ ਮੋਡੀਫਿਕੇਸ਼ਨ ਕੀਤੀ ਜਾਵੇ ਸਕੂਲ ਆਫ ਐਮੀਨੈਂਸ ਦੇ ਵਿੱਚ। ਵਿਚ ਡਿਸਟ੍ਰਿਕਟ ਆਫ ਕੇਰਲਾ ਹੈਜ਼ ਬੀਨ ਡਿਕਲੇਅਰਡ ਦਾ ਫਸਟ ਕੌਂਸਟੀਟਿਊਸ਼ਨਲ ਲਿਟਰੇਟ ਡਿਸਟ੍ਰਿਕਟ ਆਫ ਇੰਡੀਆ। ਕੇਰਲ ਦੇ ਕਿਹੜੇ ਜ਼ਿਲ੍ਹੇ ਨੂੰ ਭਾਰਤ ਦਾ ਪਹਿਲਾ ਸੰਵਿਧਾਨ ਸਾਖਰ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਹੈ? ਤਾਂ ਆਨਸਰ ਹੈ ਜੀ ਕੋਲਮ ਨੂੰ। ਅਕੋਰਡਿੰਗ ਟੂ ਇੰਡੀਆ ਮੋਬਾਈਲ ਗੇਮਿੰਗ ਰਿਪੋਰਟ 2022 which state has emerged as the top destination for mobile gamers? ਇੰਡੀਆ ਮੋਬਾਈਲ ਗੇਮਿੰਗ ਰਿਪੋਰਟ 2022 ਦੇ ਅਨੁਸਾਰ ਕਿਹੜਾ ਰਾਜ ਮੋਬਾਈਲ ਗੇਮਰਾਂ ਲਈ ਚੋਟੀ ਦੇ ਸਥਾਨਾਂ ਵਜੋਂ ਉੱਭਰਿਆ ਹੈ? ਤਾਂ ਆਨਸਰ ਹੈ ਜੀ ਉੱਤਰ ਪ੍ਰਦੇਸ਼। Who has inaugurated the second phase of ਸੰਸਦ ਖੇਲ ਮਹਾਕੁੰਭ 2022-23 in ਬਸਤੀ ਡਿਸਟ੍ਰਿਕਟ ਆਫ ਉੱਤਰ ਪ੍ਰਦੇਸ਼? ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਵਿੱਚ ਸੰਸਾਦ ਖੇਲ ਮਹਾਕੁੰਭ 2022-23 ਦੇ ਦੂਜੇ ਪੜਾਅ ਦਾ ਉਦਘਾਟਨ ਕਿਸ ਨੇ ਕੀਤਾ ਹੈ? ਤਾਂ ਆਨਸਰ ਹੈ ਜੀ ਨਰਿੰਦਰ ਮੋਦੀ ਦੁਆਰਾ। Recently who has announced an additional grant of 100 million Maldivian rupiah for community development project in Maldives? ਹਾਲ ਹੀ ਵਿੱਚ ਕਿਸ ਨੇ ਮਾਲਦੀਵ ਵਿੱਚ ਭਾਈਚਾਰਕ ਵਿਕਾਸ ਪ੍ਰੋਜੈਕਟਾਂ ਲਈ 100 ਮਿਲੀਅਨ ਮਾਲਦੀਵੀਅਨ ਰੁਪਈਆਂ ਦੀ ਵਾਧੂ ਗ੍ਰਾਂਟ ਦਾ ਐਲਾਨ ਕੀਤਾ ਹੈ? ਤਾਂ ਆਨਸਰ ਹੈ ਜੀ ਐਸ ਜੈ ਸ਼ੰਕਰ ਨੇ। 35ਵਾਂ ਕੁਐਸਚਨ ਹੈ ਜੀ, ਦ ਮਿਨਿਸਟਰੀ ਆਫ ਟੂਰਿਜ਼ਮ ਵਿਲ ਆਰਗੇਨਾਈਜ਼ ਵਿਚ ਐਡੀਸ਼ਨ ਆਫ ਦ ਗਲੋਬਲ ਟੂਰਿਜ਼ਮ ਇਨਵੈਸਟਰਜ਼ ਸਮਿਟ ਫਰੋਮ 10th to 12th ਅਪ੍ਰੈਲ 2023 ਐਟ ਪ੍ਰਗਤੀ ਮੈਦਾਨ ਨਿਊ ਦਿੱਲੀ। ਸੈਰ ਸਪਾਟਾ ਮੰਤਰਾਲਿਆ 10 ਤੋਂ 12 ਅਪ੍ਰੈਲ 2023 ਤੱਕ ਪ੍ਰਗਤੀ ਮੈਦਾਨ ਨਵੀਂ ਦਿੱਲੀ ਵਿਖੇ ਗਲੋਬਲ ਟੂਰਿਜ਼ਮ ਇਨਵੈਸਟਰਜ਼ ਸਮਿਟ ਦੇ ਕਿਹੜੇ ਐਡੀਸ਼ਨ ਦਾ ਆਯੋਜਨ ਕਰੇਗਾ? ਤਾਂ ਆਨਸਰ ਹੈ ਜੀ ਫਸਟ ਐਡੀਸ਼ਨ। ਇਹ ਫਸਟ ਐਡੀਸ਼ਨ ਹੋਵੇਗਾ ਜੀ ਗਲੋਬਲ ਟੂਰਿਜ਼ਮ ਇਨਵੈਸਟਰ ਸਮਿਟ ਦਾ। ਵਿਚ ਆਫ ਦਾ ਫੋਲੋਇੰਗ ਕੰਪਨੀ ਹੈਜ਼ ਸਾਈਨਡ ਐਨ ਐਗਰੀਮੈਂਟ ਵਿਦ ਅਸ਼ੋਕ ਲੀਲੈਂਡ ਐਂਡ ਬਾਲਾਰਡ ਪਾਵਰ ਕੈਨੇਡਾ to develop a hydrogen fuel cell electric truck for mining, logistic and transportation? ਮਾਈਨਿੰਗ, ਲੌਜਿਸਟਿਕ ਅਤੇ ਆਵਾਜਾਈ ਲਈ ਹਾਈਡਰੋਜਨ ਫਿਊਲ ਸੈੱਲ ਇਲੈਕਟ੍ਰਿਕ ਟਰੱਕ ਵਿਕਸਿਤ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਕੰਪਨੀ ਨੇ ਅਸ਼ੋਕ ਲੇਲੈਂਡ ਅਤੇ ਬੈਲਾਰਡ ਪਾਵਰ ਕੈਨੇਡਾ ਦੇ ਨਾਲ ਸਮਝੌਤਾ ਕੀਤਾ ਹੈ? ਤਾਂ ਆਨਸਰ ਹੈ ਜੀ ਅਡਾਨੀ ਐਂਟਰਪ੍ਰਾਈਸਿਸ ਨੇ ਸਮਝੌਤਾ ਕੀਤਾ ਹੈ। Recently who has laid the foundation stone and inaugurated several projects in the northern district of Yadgiri and Kalaburagi, Karnataka and Maharashtra? ਹਾਲ ਹੀ ਵਿੱਚ ਕਿਸ ਨੇ ਯਾਦਗਾਰੀ ਅਤੇ ਕਲਬੁਰਗੀ ਕਰਨਾਟਕਾ ਅਤੇ ਮਹਾਰਾਸ਼ਟਰ ਦੇ ਉੱਤਰੀ ਜ਼ਿਲ੍ਹਿਆਂ ਵਿੱਚ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ? ਨਰਿੰਦਰ ਮੋਦੀ ਦੁਆਰਾ। 38ਵਾਂ ਕੁਐਸਚਨ, India's first school of logistic waterways and communication has launched in which state? ਭਾਰਤ ਦਾ ਪਹਿਲਾ ਸਕੂਲ ਆਫ ਲੌਜਿਸਟਿਕ ਵਾਟਰਵੇਜ਼ ਅਤੇ ਕਮਿਊਨੀਕੇਸ਼ਨ ਕਿਸ ਰਾਜ ਵਿੱਚ ਸ਼ੁਰੂ ਕੀਤਾ ਗਿਆ ਹੈ? ਤਾਂ ਆਨਸਰ ਹੈ ਜੀ ਤ੍ਰਿਪੁਰਾ ਦੇ ਵਿੱਚ ਇਸ ਨੂੰ ਸ਼ੁਰੂ ਕੀਤਾ ਗਿਆ ਹੈ। ਇਹ ਪਹਿਲਾਂ ਵੀ ਨਿਊਜ਼ ਆ ਚੁੱਕੀ ਹੈ ਆਪਣੀ। 41st ਸੈਸ਼ਨ ਆਫ ਦਾ ਨੈਟਵਰਕ ਪਲੈਨਿੰਗ ਗਰੁੱਪ NPG ਹੈਜ਼ ਆਰਗੇਨਾਈਜ਼ਡ ਇਨ ਵਿਚ ਸਿਟੀ? ਨੈਟਵਰਕ ਪਲੈਨਿੰਗ ਗਰੁੱਪ NPG ਦਾ 41ਵਾਂ ਸੈਸ਼ਨ ਕਿਸ ਸ਼ਹਿਰ ਵਿੱਚ ਆਯੋਜਿਤ ਕੀਤਾ ਗਿਆ ਹੈ? ਤਾਂ ਆਨਸਰ ਹੈ ਜੀ ਨਿਊ ਦਿੱਲੀ ਦੇ ਵਿੱਚ। ਨਿਊ ਦਿੱਲੀ ਵਿੱਚ ਇਸ ਨੂੰ ਆਯੋਜਿਤ ਕੀਤਾ ਗਿਆ ਹੈ। The World Economic Forum has chosen which city to set up its Center for the Fourth Industrial Revolution focused on healthcare and life sciences? ਵਿਸ਼ਵ ਆਰਥਿਕ ਫਰਮ ਨੇ ਸਿਹਤ ਸੰਭਾਲ ਤੇ ਜੀਵਨ ਵਿਗਿਆਨ ਤੇ ਕੇਂਦਰਿਤ ਚੌਥੀ ਉਦਯੋਗਿਕ ਕ੍ਰਾਂਤੀ ਲਈ ਆਪਣਾ ਕੇਂਦਰ ਸਥਾਪਿਤ ਕਰਨ ਲਈ ਕਿਹੜਾ ਸ਼ਹਿਰ ਚੁਣਿਆ ਹੈ? ਤਾਂ ਆਨਸਰ ਹੈ ਜੀ ਹੈਦਰਾਬਾਦ। 41ਵਾਂ ਕੁਐਸਚਨ, with which country did India hold 5th foreign policy and security dialogue recently? ਭਾਰਤ ਨੇ ਹਾਲ ਹੀ ਵਿੱਚ 5ਵੀਂ ਵਿਦੇਸ਼ ਨੀਤੀ ਅਤੇ ਸੁਰੱਖਿਆ ਵਾਰਤਾ ਕਿਸ ਦੇਸ਼ ਨਾਲ ਕੀਤੀ ਹੈ? ਤਾਂ ਆਨਸਰ ਹੈ ਸਾਊਥ ਕੋਰੀਆ ਦੇ ਨਾਲ। Recently the biggest decline in the population of China has been recorded after which year? ਹਾਲ ਹੀ ਵਿੱਚ ਚੀਨ ਦੀ ਆਬਾਦੀ ਵਿੱਚ ਸਭ ਤੋਂ ਵੱਡੀ ਗਿਰਾਵਟ ਕਿਸ ਸਾਲ ਤੋਂ ਬਾਅਦ ਦਰਜ ਕੀਤੀ ਗਈ ਹੈ? ਤਾਂ ਆਨਸਰ ਹੈ ਜੀ 1961 ਤੋਂ ਬਾਅਦ, 1961 ਤੋਂ ਬਾਅਦ। ਸੋਨੀਆ ਗੁਜਾਜਾਰਾ
has been appointed as the first minister of the new Ministry of Indigenous People of which country recently? ਸੋਨੀਆ ਗੁਜਾਜਾਰਾ ਨੂੰ ਹਾਲ ਹੀ ਵਿੱਚ ਕਿਸ ਦੇਸ਼ ਦੇ ਆਦੀਵਾਸੀਆਂ ਦੇ ਨਵੇਂ ਮੰਤਰਾਲੇ ਦੀ ਪਹਿਲੀ ਮੰਤਰੀ ਨਿਯੁਕਤ ਕੀਤਾ ਗਿਆ ਹੈ? ਤਾਂ ਆਨਸਰ ਹੈ ਜੀ ਬ੍ਰਾਜ਼ੀਲ ਦੇ ਵਿੱਚ। ਇਹ ਹੈ ਜੀ ਬ੍ਰਾਜ਼ੀਲ ਅਪੋਇੰਟਸ ਸੋਨੀਆ ਗੁਜਾਜਾਰਾ ਐਜ਼ ਫਸਟ ਮਿਨਿਸਟਰ ਆਫ ਇੰਡੀਜੀਨੀਅਸ ਪੀਪਲ, ਜੋ ਆਦੀਵਾਸੀ ਲੋਕਾਂ ਦੀ ਮੰਤਰਾਲੇ ਦੀ ਇਹ ਫਸਟ ਮਿਨਿਸਟਰ ਬਣੀ ਹੈ ਜੀ। ਬ੍ਰਾਜ਼ੀਲਜ਼ ਪ੍ਰੈਜ਼ੀਡੈਂਟ ਇਲੈਕਟ ਲਿਊਜ਼ ਇਨਾਕਿਊ ਲੂਲਾ da Silva announced Sonia Guajajara as the first minister of the new Ministry of Indigenous People. Sonia Guajajara is widely known as the leader of the main group of Brazil's indigenous tribes and is a member of the Amazon Guajajara। ठीक है, जो भी इन्हां दियां ट्राइबल ਦੀ ਮੇਨ ਜੋ ਨੇ ਉਹਨਾਂ ਵਿੱਚੋਂ ਐਮਾਜ਼ੋਨ ਗੁਜਾਜਾਰਾ ਟਰਾਈਬ ਦੀ ਇਹ ਮੈਂਬਰ ਹੈ ਅਤੇ ਮੇਨ ਲੀਡਰਸ ਦੇ ਵਿੱਚੋਂ ਇਹ ਇੱਕ ਨਾਮ ਇਹਨਾਂ ਦਾ ਆਉਂਦਾ ਹੈ ਜੀ ਉਹਦੇ ਵਿੱਚ। ਤਾਂ ਰੀਸੈਂਟ ਅਪੋਇੰਟਮੈਂਟਸ ਨੇ ਜੋ ਵੂਮਨ ਰਹੀਆਂ ਨੇ, ਫਸਟ ਵੂਮਨ ਪ੍ਰੈਜ਼ੀਡੈਂਟ ਆਫ ਇੰਡੀਅਨ ਓਲੰਪਿਕ ਐਸੋਸੀਏਸ਼ਨ IOA PT ਊਸ਼ਾ ਫਸਟ ਵੂਮਨ ਪ੍ਰੈਜ਼ੀਡੈਂਟ ਬਣੇ ਨੇ ਜੀ IOA ਦੇ। ਫਸਟ ਵੂਮਨ ਆਫਿਸਰ ਟੂ ਬੀ ਪੋਸਟਡ ਐਟ BRO ਬਾਰਡਰ ਰੋਡ ਆਰਗੇਨਾਈਜੇਸ਼ਨ, ਇਹਦੇ ਵਿੱਚ ਕੈਪਟਨ ਸੁਰਭੀ ਜਖਮੋਲਾ। ਇਹ ਲਾਸਟ ਵੀਡੀਓਜ਼ ਦੇ ਵਿੱਚ ਆਪਣੇ ਕੁਐਸਚਨ ਪੜ੍ਹ ਚੁੱਕੇ ਹਾਂ ਆਪਾਂ। ਫਸਟ ਵੂਮਨ ਚੀਫ ਸੈਕਟਰੀ ਆਫ ਤੇਲੰਗਾਨਾ ਸ਼ਾਂਤੀ ਕੁਮਾਰੀ, ਇਹ ਵੀ ਆਪਾਂ ਪੜ੍ਹਿਆ। ਅਤੇ ਫਸਟ ਫੀਮੇਲ ਸਿੱਖ ਜੱਜ ਇਨ USA ਉਹ ਕੌਣ ਬਣੇ ਨੇ? ਮਨਪ੍ਰੀਤ ਮੋਨਿਕਾ ਸਿੰਘ, ਇਹ ਵੀ ਆਪਾਂ ਪੜ੍ਹ ਚੁੱਕੇ ਹਾਂ। ਨੈਕਸਟ ਕੁਐਸਚਨ ਹੈ ਜੀ ਰੀਸੈਂਟਲੀ ਇੰਡੀਆ ਹੈਜ਼ ਅਨਾਊਂਸਡ ਦਾ ਡੋਨੇਸ਼ਨ ਆਫ 12,500 ਡੋਜ਼ਿਜ਼ ਆਫ ਪੈਂਟਾਵੈਲੈਂਟ ਵੈਕਸੀਨਜ਼ ਟੂ ਵਿਚ ਕੰਟਰੀ? ਹਾਲ ਹੀ ਵਿੱਚ ਭਾਰਤ ਨੇ ਕਿਸ ਦੇਸ਼ ਨੂੰ ਪੈਂਟਾਵੈਲੈਂਟ ਵੈਕਸੀਨ ਦੀਆਂ 12,500 ਖੁਰਾਕਾਂ ਦਾਨ ਕਰਨ ਦਾ ਐਲਾਨ ਕੀਤਾ ਹੈ? ਤਾਂ ਆਨਸਰ ਹੈ ਜੀ ਕਿਊਬਾ ਨੂੰ ਅਸੀਂ 12,500 ਖੁਰਾਕਾਂ ਦਾਨ ਕਰਾਂਗੇ ਕਿਸ ਦੀਆਂ? ਪੈਂਟਾਵੈਲੈਂਟ ਵੈਕਸੀਨ ਦੀਆਂ। ਵਿਚ ਐਡੀਸ਼ਨ ਆਫ ਦਾ ਐਨੂਅਲ ਵਰਲਡ ਇਕਨੋਮਿਕ ਫੋਰਮ ਸਮਿਟ ਹੈਜ਼ ਬਿਗਨ ਇਨ ਡੈਵੋਸ ਸਵਿਟਜ਼ਰਲੈਂਡ ਫਰੋਮ 16 to 20 ਜਨਵਰੀ 2023। 16 ਤੋਂ 20 ਜਨਵਰੀ 2023 ਤੱਕ ਦਾਵੋਸ ਸਵਿਟਜ਼ਰਲੈਂਡ ਵਿੱਚ ਸਾਲਾਨਾ ਵਿਸ਼ਵ ਆਰਥਿਕ ਫੋਰਮ ਸੰਮੇਲਨ ਦਾ ਕਿਹੜਾ ਸੰਸਕਰਨ ਸ਼ੁਰੂ ਹੋਇਆ ਹੈ? ਇਹ ਐਡੀਸ਼ਨਸ ਵਗੈਰਾ ਯਾਦ ਰੱਖਿਆ ਕਰੋ, ਇਹ ਹੈ 53rd ਐਡੀਸ਼ਨ। ਐਡੀਸ਼ਨਸ ਦੇ ਉੱਤੇ ਕੁਐਸਚਨ ਬਹੁਤ ਆ ਜਾਂਦੇ ਹੁੰਦੇ ਨੇ, ਬਾਕੀ ਤੁਸੀਂ ਇਹਨਾਂ ਕੁਐਸਚਨਸ ਨੂੰ ਵੀ ਧਿਆਨ ਨਾਲ ਪੜ੍ਹਿਆ ਕਰੋ। ਤੁਸੀਂ ਨੋਟਸ ਦੇ ਵਿੱਚ ਕੁਐਸਚਨ ਲਿਖਣਾ ਧਿਆਨ ਨਾਲ, ਫਿਰ ਉਹਦਾ ਆਨਸਰ ਲਿਖੋ, ਕਿਉਂਕਿ ਬਹੁਤ ਸਾਰੇ ਜੋ ਪੇਪਰ ਦੇ ਵਿੱਚ ਕੁਐਸਚਨ ਬਣਨੇ ਨੇ ਉਹਨਾਂ ਕੁਐਸਚਨਸ ਦੇ ਆਨਸਰ ਤੁਹਾਨੂੰ ਉਰੇ ਜੋ ਦਿੱਤੇ ਗਏ ਕੁਐਸਚਨਸ ਨੇ ਉਹਨਾਂ ਵਿੱਚੋਂ ਮਿਲਣਗੇ। ਜਿਵੇਂ ਕੁਐਸਚਨ ਆ ਸਕਦਾ ਕਿ ਵਰਲਡ ਇਕਨੋਮਿਕ ਫੋਰਮ ਸਮਿਟ ਦਾ 53rd ਐਡੀਸ਼ਨ ਕਿੱਥੇ ਹੋਇਆ ਸੀ? ਤਾਂ ਕਿੱਥੇ ਹੋਇਆ? ਡੈਵੋਸ ਸਵਿਟਜ਼ਰਲੈਂਡ ਦੇ ਵਿੱਚ ਹੋਇਆ ਸੀ। ਤਾਂ ਇਸ ਤਰੀਕੇ ਨਾਲ ਤਾਂ ਇਹ ਹੈ ਜੀ ਵਰਲਡ ਇਕਨੋਮਿਕ ਫੋਰਮ 2023 ਸਮਿਟ ਦੇ ਬਾਰੇ ਕੁਝ ਜਾਣਕਾਰੀ। ਜੋ ਇਹਦਾ 53rd ਐਡੀਸ਼ਨ ਹੋਇਆ ਹੈ ਇਹ ਡੈਵੋਸ ਸਵਿਟਜ਼ਰਲੈਂਡ ਦੇ ਵਿੱਚ 16 ਤੋਂ 20 ਜਨਵਰੀ ਤੱਕ ਹੋਇਆ ਜੀ। ਇਹ 5 ਦਿਨ ਚੱਲਿਆ ਸੀਗਾ ਜੀ, ਜੋ ਆਪਣੀ ਸਮਿਟ ਚੱਲੀ ਹੈ। ਇਹਦੇ ਵਿੱਚ ਬਿਜ਼ਨਸ ਲੀਡਰਸ, ਪੋਲੀਟੀਕਲ ਫਿਗਰ ਹੈਡਸ, ਇਨਵੈਸਟਰਸ, ਇਹਨਾਂ ਸਭ ਨੇ ਕੀ ਲਿਆ ਸੀ? ਭਾਗ ਲਿਆ ਸੀ। ਅਤੇ ਇਹ ਫੋਰ ਦਾ ਫਸਟ ਟਾਈਮ ਇਨ 3 ਈਅਰ। ਠੀਕ ਹੈ, ਤਾਂ ਥੀਮ ਜੋ ਸੀ ਇਸ ਦੀ ਇਹ ਥੀਮ ਕੀ ਸੀ? ਕੋਆਪਰੇਸ਼ਨ ਇਨ ਏ ਫਰੈਗਮੈਂਟਡ ਵਰਲਡ। ਕੋਆਪਰੇਸ਼ਨ ਇਨ ਏ ਫਰੈਗਮੈਂਟਡ ਵਰਲਡ। ਇਹਦੇ ਵਿੱਚ ਇਸ ਤੋਂ ਇਲਾਵਾ ਇਹਦੇ ਵਿੱਚ ਰਸ਼ੀਆ ਯੂਕਰੇਨ ਵਾਰ ਵਰਗੇ ਇਸ਼ੂਜ਼, ਗਲੋਬਲ ਰਿਸੈਸ਼ਨ, ਕਲਾਈਮੇਟ ਚੇਂਜ, ਇਹਨਾਂ ਚੀਜ਼ਾਂ ਉੱਤੇ ਵੀ ਗੱਲਬਾਤ ਕੀਤੀ ਗਈ, ਇਹਨਾਂ ਵੱਲ ਵੀ ਧਿਆਨ ਦਿਵਾਇਆ ਗਿਆ। ਜੋ ਡੈਲੀਗੇਸ਼ਨ ਆਫ ਇੰਡੀਅਨ ਮਿਨਿਸਟਰ, ਜੋ ਇੰਡੀਅਨ ਮਿਨਿਸਟਰਸ ਨੇ ਇਹਦੇ ਵਿੱਚ ਪਾਰਟੀਸਪੇਟ ਕੀਤਾ ਉਹ ਕੌਣ ਸੀ? ਅਸ਼ਵਨੀ ਵੈਸ਼ਨਵ, ਮਨਸੁਖ ਮਾਂਡਵਿਆ, ਸਮ੍ਰਿਤੀ ਇਰਾਨੀ ਐਂਡ RK ਸਿੰਘ। ਇਹਨਾਂ ਨੇ ਇਸ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਭਾਗ ਲਿਆ ਸੀ। ਵਰਲਡ ਇਕਨੋਮਿਕ ਫੋਰਮ ਬਾਰੇ ਕੁਝ ਜਾਣਕਾਰੀ, ਇਹ 24 ਜਨਵਰੀ 1971 ਨੂੰ ਬਣੀ ਸੀ। ਇਸ ਦੇ ਫਾਊਂਡਰ ਸੀਗੇ ਕਲੌਸ ਸੈਕਵਾਬ। ਹੈੱਡਕੁਆਟਰ ਹੈ ਜੀ ਕੋਲਗਨੀ ਸਵਿਟਜ਼ਰਲੈਂਡ ਅਤੇ ਪ੍ਰੈਜ਼ੀਡੈਂਟ ਨੇ ਬੁਰਗੀ ਬ੍ਰੈਂਡੇ। ਨੈਕਸਟ ਕੁਐਸਚਨ ਜੀ 46th ਇੰਡੀਆ ਐਂਡ ਵਿਚ ਕੰਟਰੀ ਆਰ ਸੈਟ ਟੂ ਹੋਲਡ ਦਾ ਫਸਟ ਐਵਰ ਮਿਲਟਰੀ ਐਕਸਰਸਾਈਜ਼ ਇਨਵੋਲਵਿੰਗ ਦਾ ਸਪੈਸ਼ਲ ਫੋਰਸਿਸ ਇਨ ਉਦੈਪੁਰ, ਜੈਪੁਰ ਐਂਡ ਜੋਧਪੁਰ? ਭਾਰਤ ਅਤੇ ਕਿਹੜਾ ਦੇਸ਼ ਉਦੈਪੁਰ, ਜੈਪੁਰ ਅਤੇ ਜੋਧਪੁਰ ਵਿੱਚ ਵਿਸ਼ੇਸ਼ ਬਲਾਂ ਨਾਲ ਨੂੰ ਸ਼ਾਮਿਲ ਕਰਨ ਵਾਲੀ ਪਹਿਲੀ ਫੌਜੀ ਅਭਿਆਸ ਕਰਨ ਲਈ ਤਿਆਰ ਹੈ? ਭਾਰਤ ਅਤੇ ਕਿਹੜੀ ਕੰਟਰੀ? ਇਜਿਪਟ। ਭਾਰਤ ਅਤੇ ਇਜਿਪਟ ਇਸ ਤਰੀਕੇ ਦੀ ਫੌਜੀ ਅਭਿਆਸ ਕਰਨ ਲਈ ਤਿਆਰ ਨੇ ਜੀ। ਤਾਂ ਇਹ ਜੋ ਫੌਜੀ ਅਭਿਆਸ ਹੋਵੇਗਾ, ਮਿਲਟਰੀ ਐਕਸਰਸਾਈਜ਼ ਹੋਵੇਗੀ, ਇਹ ਰਾਜਸਥਾਨ ਦੇ ਉਦੈਪੁਰ, ਜੈਪੁਰ ਅਤੇ ਜੋਧਪੁਰ ਵਿੱਚ ਕੀਤੀ ਜਾਵੇਗੀ। ਨੈਕਸਟ ਕੁਐਸਚਨ ਜੀ 47th who has been appointed as the new chief executive officer of Cognizant? Cognizant ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ CEO ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਆਨਸਰ ਹੈ ਜੀ
ਇਹ ਨਿਯੁਕਤ ਕੀਤਾ ਗਿਆ ਹੈ ਰਵੀ ਕੁਮਾਰ ਨੂੰ। 48 ਕੁਐਸਚਨ, ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਨਿਊ ਚੀਫ ਸੈਕਟਰੀ ਆਫ ਤੇਲੰਗਾਨਾ। ਤੇਲੰਗਾਨਾ ਦੇ ਨਵੇਂ ਮੁੱਖ ਸਕੱਤਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਇਹ ਕੀਤਾ ਗਿਆ ਜੀ ਏ ਸ਼ਾਂਤੀ ਕੁਮਾਰੀ। ਇਹ ਫਸਟ ਫੀਮੇਲ ਚੀਫ ਸੈਕਟਰੀ ਨੇ ਜੀ ਤੇਲੰਗਾਨਾ ਦੇ। 49th, ਹੂ ਹੈਜ਼ ਬਿਕਮ ਦਾ ਫਸਟ ਵੂਮਨ ਆਫਿਸਰ ਆਫ ਦਾ ਬਾਰਡਰ ਰੋਡ ਆਰਗੇਨਾਈਜੇਸ਼ਨ ਟੂ ਬੀ ਪੋਸਟਡ ਔਨ ਏ ਫੋਰਨ ਪ੍ਰੋਜੈਕਟ। ਇਹ ਆਪਣੇ ਪਿੱਛੇ ਵੀ ਹੁਣੀ ਪੜ੍ਹ ਕੇ ਹਟਿਆ ਜੋ ਬ੍ਰਾਜ਼ੀਲ ਵਾਲੀ ਨਿਊਜ਼ ਪੜ੍ਹੀ ਸੀਗੀ। ਬਾਰਡਰ ਰੋਡਸ ਆਰਗੇਨਾਈਜੇਸ਼ਨ ਦੀ ਪਹਿਲੀ ਮਹਿਲਾ ਅਧਿਕਾਰੀ ਕੌਣ ਬਣ ਗਈ ਹੈ ਜੋ ਕਿਸੇ ਵਿਦੇਸ਼ੀ ਪ੍ਰੋਜੈਕਟ 'ਤੇ ਤਾਇਨਾਤ ਹੈ? ਤਾਂ ਕੌਣ ਬਣੀ ਹੈ ਜੀ? ਸੁਰਭੀ ਜਖਮੋਲਾ। ਸੁਰਭੀ ਜਖਮੋਲਾ। ਵਿਚ ਕੰਟਰੀ ਹੈਜ਼ ਨੇਮਡ ਸੁਲਤਾਨ ਅਲ ਜਬਰ to preside over the upcoming United Nations climate negotiations। ਆਗਾਮੀ ਸੰਯੁਕਤ ਰਾਸ਼ਟਰ ਜਲਵਾਯੂ ਵਾਰਤਾ ਦੀ ਪ੍ਰਧਾਨਗੀ ਕਰਨ ਲਈ ਕਿਸ ਦੇਸ਼ ਨੇ ਸੁਲਤਾਨ ਅਲ ਜਬੇਰ ਨੂੰ ਨਾਮਜ਼ਦ ਕੀਤਾ ਹੈ? ਤਾਂ ਕਿਸ ਨੇ ਕੀਤਾ ਜੀ? UAE, ਯੂਨਾਈਟਿਡ ਅਰਬ ਐਮੀਰੇਟਸ ਨੇ। 51ਵਾਂ ਕੁਐਸਚਨ, ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਨਿਊ ਚੀਫ ਇਕਨੋਮਿਸਟ ਆਫ ਆਰਗੇਨਾਈਜੇਸ਼ਨ ਫॉर ਇਕਨੋਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ। ਆਰਥਿਕ ਸਹਿਕਾਰਤਾ ਅਤੇ ਵਿਕਾਸ ਸੰਗਠਨ ਦੇ ਨਵੇਂ ਮੁੱਖ ਅਰਥ ਸ਼ਾਸਤਰੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਆਨਸਰ ਹੈ ਜੀ ਕਲੇਰੀ ਲੋਂਬਾਰਡੇਲੀ। ਕਲੇਰ ਲੋਂਬਾਰਡੇਲੀ। 52nd, ਹੂ ਹੈਜ਼ ਬੀਨ ਨੇਮਡ ਦਾ ਵਿਨਰ ਆਫ ਦਾ 71st ਐਨੂਅਲ ਮਿਸ ਯੂਨੀਵਰਸ ਪੇਜੈਂਟ। 71st ਜਾਂ 71ਵੇਂ ਸਾਲਾਨਾ ਮਿਸ ਯੂਨੀਵਰਸ ਮੁਕਾਬਲੇ ਦਾ ਜੇਤੂ ਕਿਸ ਨੂੰ ਚੁਣਿਆ ਗਿਆ ਹੈ? ਤਾਂ ਇਹ ਚੁਣਿਆ ਗਿਆ ਜੀ ਆਰ ਬੋਨੀ ਗੈਬਰੀਅਲ। ਇਹ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਨਾਲ ਸੰਬੰਧ ਰੱਖਦੇ ਨੇ। ਇਹ USA ਦੇ ਨੇ, ਆਰ ਬੋਨੀ ਗੈਬਰੀਅਲ। ਅਤੇ ਫਸਟ ਇੰਡੀਅਨ ਫੀਮੇਲ ਜੋ ਮਿਸ ਯੂਨੀਵਰਸ ਬਣੀ ਸੀ ਉਹ ਕੌਣ ਹੈ? ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸੋਗੇ। ਹੂ ਹੈਜ਼ ਬਿਕਮ ਦਾ ਯੰਗੈਸਟ ਐਂਡ ਫਸਟ LGBTQ ਵੂਮੈਨ ਆਫ ਕਲਰ ਟੂ ਟੇਕ ਦਾ ਓਥ ਆਫ ਓਕਲੈਂਡ ਸਿਟੀ ਕਾਉਂਸਲ ਇਨ ਦਾ US ਸਟੇਟ ਆਫ ਕੈਲੀਫੋਰਨੀਆ। ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਓਕਲੈਂਡ ਸਿਟੀ ਕਾਉਂਸਲ ਦੀ ਸਹੁੰ ਚੁੱਕਣ ਵਾਲੀ ਸਭ ਤੋਂ ਛੋਟੀ ਅਤੇ ਪਹਿਲੀ LGBTQ ਔਰਤ ਕੌਣ ਬਣ ਗਈ ਹੈ? ਤਾਂ ਆਨਸਰ ਹੈ ਜੀ ਜਨਨੀ ਰਾਮਾਚੰਦਰਨ। ਜਨਨੀ ਰਾਮਾਚੰਦਰਨ ਇਹ ਫਸਟ LGBTQ ਵੂਮੈਨ ਨੇ ਜਿਨ੍ਹਾਂ ਨੇ ਓਕਲੈਂਡ ਸਿਟੀ ਕਾਉਂਸਲ ਦੇ ਵਿੱਚ ਐਜ਼ ਏ ਔਥ ਚੱਕੀ ਹੈ ਜੀ। ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਡਿਪਟੀ ਨੈਸ਼ਨਲ ਸੈਕਟਰੀ ਐਡਵਾਈਜ਼ਰ ਇਨ ਨੈਸ਼ਨਲ ਸਿਕਿਉਰਿਟੀ ਕਾਉਂਸਲ ਸੈਕਟਰੇਟ। ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਵਿੱਚ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਇਹ ਆਨਸਰ ਹੈ ਜੀ ਪੰਕਜ ਕੁਮਾਰ ਸਿੰਘ ਨੂੰ। 55th, ਹੂ ਹੈਜ਼ ਬੀਨ ਅਪੋਇੰਟਡ ਐਜ਼ ਦਾ ਨਿਊ ਚੀਫ ਐਗਜ਼ੀਕਿਊਟਿਵ ਆਫਿਸਰ ਆਫ ਵੇਦਾਂਤਾਜ਼ ਕੈਰਨ ਆਇਲ ਐਂਡ ਗੈਸ। ਵੇਦਾਂਤਾ ਦੇ ਕੈਰਨ ਆਇਲ ਐਂਡ ਗੈਸ ਦੇ ਨਵੇਂ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਅਤੇ ਇਹ ਕਿਸ ਨੂੰ ਨਿਯੁਕਤ ਕੀਤਾ ਗਿਆ ਜੀ? ਨਿਕ ਵਾਲਕਰ ਨੂੰ। ਨਿਕ ਵਾਲਕਰ। 56th, ਨਗੁਏਨ ਯੂਆਨ ਫੁਕ ਹੈਜ਼ ਅਨਾਊਂਸਡ ਹਿਜ਼ ਰੈਜ਼ੀਗਨੇਸ਼ਨ ਰੀਸੈਂਟਲੀ। ਹੀ ਇਜ਼ ਦਾ ਪ੍ਰੈਜ਼ੀਡੈਂਟ ਆਫ ਵਿਚ ਕੰਟਰੀ। ਨਗੁਏਨ ਯੂਆਨ ਫੁਕ ਨੇ ਹਾਲ ਹੀ ਵਿੱਚ ਆਪਣੇ ਅਸਤੀਫੇ ਦਾ ਐਲਾਨ ਕੀਤਾ ਹੈ। ਉਹ ਕਿਸ ਦੇਸ਼ ਦਾ ਰਾਸ਼ਟਰਪਤੀ ਹੈ? ਤਾਂ ਉਹ ਰਾਸ਼ਟਰਪਤੀ ਹੈ ਜੀ ਵੀਅਤਨਾਮ ਦੇ। ਵੀਅਤਨਾਮ ਦੇ ਰਾਸ਼ਟਰਪਤੀ ਨੇ ਰੀਸੈਂਟਲੀ ਅਨਾਊਂਸਮੈਂਟ ਕਰ ਦਿੱਤੀ ਹੈ ਆਪਦੀ ਰੈਜ਼ੀਗਨੇਸ਼ਨ ਦੀ। ਉਹ ਰਿਜ਼ਾਈਨ ਦੇ ਰਹੇ ਨੇ, ਆਪਦਾ ਅਸਤੀਫਾ ਦੇ ਰਹੇ ਹਨ। ਜੈਕਿੰਡਾ ਆਰਡਰਨ ਰਿਜ਼ਾਈਨਡ ਐਜ਼ ਦਾ ਪ੍ਰਾਈਮ ਮਿਨਿਸਟਰ ਆਫ ਵਿਚ ਕੰਟਰੀ। ਜੈਕਿੰਡਾ ਆਰਡਰਨ ਨੇ ਕਿਸ ਦੇਸ਼ ਦੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ? ਨਿਊਜ਼ੀਲੈਂਡ। ਇਹ ਨਿਊਜ਼ੀਲੈਂਡ ਦੀ ਫਸਟ ਫੀਮੇਲ ਪ੍ਰਾਈਮ ਮਿਨਿਸਟਰ ਸੀ ਜਿਸ ਨੇ ਹੁਣ ਅਸਤੀਫਾ ਦੇ ਦਿੱਤਾ ਹੈ। The 28th edition of Sarang, India's largest student run festival, has been organized in which IIT? ਸਾਰੰਗ ਦਾ 28ਵਾਂ ਐਡੀਸ਼ਨ ਭਾਰਤ ਦਾ ਸਭ ਤੋਂ ਵੱਡਾ ਵਿਦਿਆਰਥੀ ਦੁਆਰਾ ਚਲਾਏ ਜਾਣ ਵਾਲਾ ਤਿਉਹਾਰ ਦਾ ਆਯੋਜਨ ਕਿਸ IIT ਵਿੱਚ ਕੀਤਾ ਗਿਆ? ਤਾਂ ਇਸ ਦਾ ਕਿੱਥੇ ਹੋਇਆ ਜੀ? IIT ਮਦਰਾਸ। IIT ਮਦਰਾਸ ਵਿੱਚ ਮਨਾਇਆ ਗਿਆ ਸਾਰੰਗ। ਇਹਦਾ 28ਵਾਂ ਐਡੀਸ਼ਨ ਸੀ ਜੀ। ਇੰਡੀਆਜ਼ ਲਾਰਜੈਸਟ ਸਟੂਡੈਂਟ ਰਨ ਫੈਸਟੀਵਲ ਹੈ ਜੀ ਸਾਰੰਗ, ਜੋ IIT ਮਦਰਾਸ ਵਿੱਚ ਹੋਇਆ। ਤਾਂ ਦੇਖੋ ਕੀ ਹੈ, ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਮਦਰਾਸ ਐਨੂਅਲ ਕਲਚਰ ਫੈਸਟੀਵਲ ਸਾਰੰਗ ਹੈਜ਼ ਬੀਨ ਕੰਡਕਟਡ ਕੰਪਲੀਟਲੀ ਇਨ ਫਿਜ਼ੀਕਲ ਮੋਡ। ਫਿਜ਼ੀਕਲ ਮੋਡ ਮਤਲਬ ਇਹਦੇ ਵਿੱਚ ਪਾਰਟੀਸਪੇਟ ਕੀਤਾ ਫਿਜ਼ੀਕਲ ਤੌਰ 'ਤੇ ਬੱਚਿਆਂ ਨੇ, ਟੀਚਰਸ ਨੇ, ਸਭ ਨੇ। ਪਹਿਲਾਂ ਇਹ ਵਰਚੁਅਲੀ ਹੋਣ ਲੱਗਿਆ ਸੀ ਕੋਵਿਡ ਕਰਕੇ, ਪਰ ਹੁਣ ਇਹ ਫਿਜ਼ੀਕਲੀ ਹੋਇਆ।
ਕੋਵਿਡ ਤੋਂ ਬਾਅਦ। ਦਿਸ ਈਅਰ ਇਜ਼ ਦਾ 28th ਐਡੀਸ਼ਨ ਆਫ ਦਾ ਸਾਰੰਗ। ਇਹ 28ਵਾਂ ਐਡੀਸ਼ਨ ਹੈ ਜੀ, ਅਤੇ ਇਹ ਸਟੂਡੈਂਟਸ ਦੁਆਰਾ ਰਨ ਕੀਤਾ ਜਾਣ ਵਾਲਾ ਇੰਡੀਆ ਦਾ ਸਭ ਤੋਂ ਵੱਡਾ ਫੈਸਟੀਵਲ ਹੈ। ਜੋ ਸਾਰੰਗ 2023 ਦੀ ਥੀਮ ਹੈ ਉਹ ਕੀ ਹੈ ਜੀ, ਮਿਸਟਿਕ ਹਿਊਜ਼, ਵਿਚ ਸੈਲੀਬ੍ਰੇਟਸ ਹਾਊ ਇੰਟਰਟਵਿੰਡ ਕਲਰਸ ਆਰ ਵਿਦ ਕਲਚਰ ਐਂਡ ਟ੍ਰਡੀਸ਼ਨ। ਤਾਂ ਸਾਰੰਗ ਫੈਸਟੀਵਲ ਕੋਵਿਡ ਤੋਂ ਬਾਅਦ ਇਹ ਫਿਜ਼ੀਕਲ ਮਨਾਇਆ ਗਿਆ 2023 ਦੇ ਵਿੱਚ। ਵਿਚ ਬੈਂਕ ਹੈਜ਼ ਲਾਂਚਡ ਈ ਬੈਂਕ ਗਰੰਟੀ ਫੈਸਿਲਿਟੀ ਇਨ ਐਸੋਸੀਏਸ਼ਨ ਵਿਦ ਨੈਸ਼ਨਲ ਈ ਗਵਰਨੈਂਸ ਸਰਵਿਸਿਜ਼ ਲਿਮਟਿਡ। ਕਿਸ ਬੈਂਕ ਨੇ ਨੈਸ਼ਨਲ ਈ ਗਵਰਨੈਂਸ ਸਰਵਿਸਿਜ਼ ਲਿਮਟਿਡ ਦੇ ਸਹਿਯੋਗ ਨਾਲ ਈ ਬੈਂਕ ਗਰੰਟੀ ਸਹੂਲਤ ਸ਼ੁਰੂ ਕੀਤੀ ਹੈ? ਅਤੇ ਇਹ ਕੀਤੀ ਗਈ ਹੈ ਸਟੇਟ ਬੈਂਕ ਆਫ ਇੰਡੀਆ ਦੁਆਰਾ। ਰੀਸੈਂਟਲੀ ਵਿਚ ਆਫ ਦਾ ਫੋਲੋਇੰਗ ਹੈਜ਼ ਸੋਲਡ ਏ 3.1% stake in Indian digital payments firm Paytm for a total of $125 million through a block deal। ਹਾਲ ਹੀ ਵਿੱਚ ਇਹਨਾਂ ਵਿੱਚੋਂ ਕਿਸ ਨੇ ਇੱਕ ਬਲੌਕ ਸੌਦੇ ਰਾਹੀਂ ਕੁੱਲ $125 ਮਿਲੀਅਨ ਵਿੱਚ ਭਾਰਤੀ ਡਿਜੀਟਲ ਭੁਗਤਾਨ ਫਰਮ ਪੇਟੀਐਮ ਵਿੱਚ 3.1% ਹਿੱਸੇਦਾਰੀ ਵੇਚੀ ਹੈ? ਤਾਂ ਇਹ ਵੇਚੀ ਹੈ ਜੀ ਅਲੀਬਾਬਾ ਗਰੁੱਪ ਨੇ। War Housing Development Regulatory Authority has signed an MOU with which bank to help farmers in getting low interest rate loans। War Housing Development Regulatory Authority ਨੇ ਕਿਸਾਨਾਂ ਨੂੰ ਘੱਟ ਵਿਆਜ ਦਰ ਵਾਲੇ ਕਰਜ਼ੇ ਲੈਣ ਵਿੱਚ ਮਦਦ ਕਰਨ ਲਈ ਕਿਸ ਬੈਂਕ ਨਾਲ ਇੱਕ ਸਮਝੌਤਾ ਕੀਤਾ ਹੈ? ਤਾਂ ਇਹ ਆਨਸਰ ਹੈ ਜੀ ਸਟੇਟ ਬੈਂਕ ਆਫ ਇੰਡੀਆ ਦੇ ਨਾਲ। 62ਵਾਂ ਕੁਐਸਚਨ, India's merchandise exports declined by how much percent from a year earlier to $34.5 in December 2022। ਭਾਰਤ ਦਾ ਵਪਾਰਿਕ ਨਿਰਯਾਤ ਦਸੰਬਰ 2022 ਵਿੱਚ ਇੱਕ ਸਾਲ ਪਹਿਲਾਂ ਨਾਲੋਂ ਕਿੰਨੇ ਪ੍ਰਤੀਸ਼ਤ ਘਟ ਕੇ $34.5 ਹੋ ਗਿਆ ਹੈ? 12.2%। 12.2% ਨਾਲ ਇਹ ਘਟ ਕੇ $34.5 ਹੋ ਗਿਆ ਹੈ ਜੀ। 63ਵਾਂ ਕੁਐਸਚਨ, ਵਿਚ ਬੈਂਕ ਹੈਜ਼ ਪਾਰਟਨਰਡ ਵਿਦ ਦਾ ਸਟੀਲ ਅਥਾਰਟੀ ਆਫ ਇੰਡੀਆ ਲਿਮਿਟਡ ਟੂ ਪ੍ਰੋਵਾਈਡ ਫਾਈਨੈਂਸ਼ੀਅਲ ਅਸਿਸਟੈਂਟ ਟੂ ਦਾ ਡੀਲਰਸ ਆਫ ਸੇਲ ਅਕਰੋਸ ਦਾ ਕੰਟਰੀ। ਦੇਸ਼ ਭਰ ਵਿੱਚ ਸੇਲ ਦੇ ਡੀਲਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਕਿਸ ਬੈਂਕ ਨੇ ਸਟੀਲ ਅਥਾਰਟੀ ਆਫ ਇੰਡੀਆ ਲਿਮਿਟਡ ਨਾਲ ਭਾਈਵਾਲੀ ਕੀਤੀ ਹੈ? ਤਾਂ ਆਨਸਰ ਹੈ ਜੀ ਸਾਊਥ ਇੰਡੀਅਨ ਬੈਂਕ ਨਾਲ। ਵਿਚ ਬੈਂਕ ਹੈਜ਼ ਬੀਨ ਅਵਾਰਡਡ ਦਾ ਬੈਸਟ ਸਮਾਲ ਬੈਂਕ ਅਵਾਰਡ 2022 in the best banks survey for the year 2022 conducted by Business Today KPMG। Business Today KPMG ਦੁਆਰਾ ਕਰਵਾਏ ਗਏ ਸਾਲ 2022 ਲਈ ਸਰਵੋਤਮ ਬੈਂਕ ਸਰਵੇਖਣ ਵਿੱਚ ਕਿਸ ਬੈਂਕ ਨੂੰ ਸਰਵੋਤਮ ਸਮਾਲ ਬੈਂਕ ਅਵਾਰਡ 2022 ਨਾਲ ਸਨਮਾਨਿਤ ਕੀਤਾ ਗਿਆ? ਇਹ ਹੈ ਜੀ ਤਮਿਲਨਾਡੂ ਮਰਚੈਂਟਾਈਲ ਬੈਂਕ। ਵਿਚ ਫਿਲਮ ਹੈਜ਼ ਬੈਗਡ ਦਾ ਗੋਲਡਨ Kailash Award for the best movie at the 8th edition of the Ajanta Ellora Film Festival। ਅਜੰਤਾ ਇਲੋਰਾ ਫਿਲਮ ਫੈਸਟੀਵਲ ਦੇ 8ਵੇਂ ਐਡੀਸ਼ਨ ਵਿੱਚ ਕਿਹੜੀ ਫਿਲਮ ਨੂੰ ਸਰਵੋਤਮ ਫਿਲਮ ਲਈ ਗੋਲਡਨ ਕੈਲਾਸ਼ ਪੁਰਸਕਾਰ ਮਿਲਿਆ ਹੈ? ਤਾਂ ਆਨਸਰ ਹੈ ਜੀ ਨੰਨੇਰਾ। ਨੰਨੇਰਾ ਫਿਲਮ ਨੂੰ ਗੋਲਡਨ ਕੈਲਾਸ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। 66th ਕੁਐਸਚਨ, who has been awarded the Pravasi Bharatiya Samman Award for his contribution toward community welfare। ਸਮੁਦਾਇ ਦੀ ਭਲਾਈ ਲਈ ਉਸਦੇ ਯੋਗਦਾਨ ਲਈ ਪ੍ਰਵਾਸੀ ਭਾਰਤੀ ਸਨਮਾਨ ਪੁਰਸਕਾਰ ਕਿਸ ਨੂੰ ਦਿੱਤਾ ਗਿਆ? ਤਾਂ ਆਨਸਰ ਹੈ ਜੀ ਥਿਰੂ ਕੁਮਾਰ ਨੰਦੇਸਨ। ਥਿਰੂ ਕੁਮਾਰ ਨੰਦੇਸਨ ਨੂੰ ਪ੍ਰਵਾਸੀ ਭਾਰਤੀ ਸਨਮਾਨ ਦਿੱਤਾ ਗਿਆ ਜੋ 9 ਜਨਵਰੀ ਸਾਡਾ NRA ਡੇ ਸੀ ਉਸ ਦਿਨ। Who has received the first ever Federal Bank Literary Award 2022 for his autobiography Uren Wes Henthenite ਕਥਾ। ਕਿਸ ਨੂੰ ਆਪਣੀ ਆਤਮ ਕਥਾ ਉਰਨ ਵੈਂਸ ਤਿੰਤੇ ਕਥਾ ਲਈ 2022 ਦਾ ਪਹਿਲਾ ਫੈਡਰਲ ਬੈਂਕ ਸਾਹਿਤ ਅਵਾਰਡ ਮਿਲਿਆ ਹੈ? ਤਾਂ ਆਨਸਰ ਹੈ ਜੀ ਕੇ ਵੈਨੂ। 68th question, with which country did India conduct the 21st edition of Exercise Varun 2023 in the Western Seaboard? ਭਾਰਤ ਨੇ ਪੱਛਮੀ ਸਮੁੰਦਰੀ ਤੱਟ ਵਿੱਚ ਅਭਿਆਸ ਵਰੁਣ 2023 ਦੇ 21ਵੇਂ ਸੰਸਕਰਨ ਦਾ ਆਯੋਜਨ ਕਿਸ ਦੇਸ਼ ਨਾਲ ਕੀਤਾ ਹੈ? ਤਾਂ ਆਨਸਰ ਹੈ ਜੀ ਫਰਾਂਸ ਦੇ ਨਾਲ। ਫਰਾਂਸ ਦੇ ਨਾਲ ਐਕਸਰਸਾਈਜ਼ ਵਰੁਣ ਨੂੰ ਕੰਡਕਟ ਕੀਤਾ ਜਾ ਰਿਹਾ ਹੈ।
According to a report, ISRO's Venus mission Shukrayaan 1 may be postponed till। ਇੱਕ ਰਿਪੋਰਟ ਦੇ ਅਨੁਸਾਰ ਇਸਰੋ ਦੇ ਵਿਨਸ ਮਿਸ਼ਨ ਸ਼ੁਕਰਯਾਨ ਪਹਿਲੇ ਨੂੰ ਕਦੋਂ ਤੱਕ ਮੁਲਤਵੀ ਕੀਤਾ ਜਾ ਸਕਦਾ ਹੈ? ਤਾਂ ਆਨਸਰ ਹੈ 2031 ਤੱਕ। 2031 ਤੱਕ ਇਸ ਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ। 2031 ਵਿੱਚ ਜਾ ਕੇ ਇਸ ਬਾਰੇ ਸੋਚਣਗੇ ਕਿ ਵਿਨਸ 'ਤੇ ਅਸੀਂ ਮਿਸ਼ਨ ਭੇਜਣਾ ਹੈ ਜਾਂ ਨਹੀਂ। Which of the following has organized the second edition of Sainya Ranaksetram 2.0 from October 2022 to January 2023? ਇਹਨਾਂ ਵਿੱਚੋਂ ਕਿਸ ਨੇ ਅਕਤੂਬਰ 2022 ਤੋਂ ਜਨਵਰੀ 2023 ਤੱਕ ਸੈਨੀਆ ਰਣਕਸੇਤਰਮ 2.0 ਦੇ ਦੂਜੇ ਸੰਸਕਰਨ ਦਾ ਆਯੋਜਨ ਕੀਤਾ ਹੈ? ਤਾਂ ਆਨਸਰ ਹੈ ਜੀ ਇੰਡੀਅਨ ਆਰਮੀ ਨੇ। Hugo Lloris has announced his retirement at the age of 36. He is associated with which sports? ਹਿਊਗੋ ਲੋਰਿਸ ਨੇ 36 ਸਾਲ ਦੀ ਉਮਰ ਵਿੱਚ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਹ ਕਿਸ ਖੇਡ ਨਾਲ ਜੁੜਿਆ ਹੋਇਆ ਹੈ? ਤਾਂ ਆਨਸਰ ਹੈ ਜੀ ਫੁੱਟਬਾਲ ਨਾਲ ਉਹ ਸੰਬੰਧਿਤ ਸੀਗੇ। Who has bagged the gold medal in the 23rd National Squash Championship? 23ਵੀਂ ਨੈਸ਼ਨਲ ਸਕੁਐਸ਼ ਚੈਂਪੀਅਨਸ਼ਿਪ ਵਿੱਚ ਕਿਸ ਨੇ ਸੋਨ ਤਗਮਾ ਜਿੱਤਿਆ ਹੈ? ਤਾਂ ਆਨਸਰ ਹੈ ਜੀ ਫਲਕ ਮੁਮਤਾਜ਼ ਨੇ। Who has become the 5th highest run scorer in the history of ODI cricket recently? ਤਾਂ ਇਹ ਆਨਸਰ ਹੈ ਜੀ ਹਾਲ ਹੀ ਵਿੱਚ ਇੱਕ ਦਿਨਾਂ ਕ੍ਰਿਕਟ ਦੇ ਇਤਿਹਾਸ ਵਿੱਚ 5ਵਾਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਕੌਣ ਬਣਿਆ ਹੈ? ਤਾਂ ਨਨ ਅਦਰ ਦੈਨ ਵਿਰਾਟ ਕੋਹਲੀ। Who won the Bangkok Open Men's Double Tennis Championship held at Nonthaburi, Thailand? ਨੋਂਥਾਬੁਰੀ ਥਾਈਲੈਂਡ ਵਿੱਚ ਆਯੋਜਿਤ ਬੈਂਕਾਕ ਓਪਨ ਪੁਰਸ਼ ਡਬਲ ਟੈਨਿਸ ਚੈਂਪੀਅਨਸ਼ਿਪ ਕਿਸ ਨੇ ਜਿੱਤੀ ਹੈ? ਤਾਂ ਆਨਸਰ ਹੈ ਜੀ ਯੂਕੀ ਭਾਂਬਰੀ ਐਂਡ ਸਾਕੇਤ ਮਾਈਨੇਨੀ। Which of the following has acquired the media rights of the Women's Indian Premier League for 5 years for 2023 to 2027 for ₹951 ਕਰੋੜ? ਇਹਨਾਂ ਵਿੱਚੋਂ ਕਿਸ ਨੇ 951 ਕਰੋੜ ਰੁਪਏ ਵਿੱਚ 2023 ਤੋਂ 2027 ਤੱਕ 5 ਸਾਲਾਂ ਲਈ ਮਹਿਲਾ ਇੰਡੀਅਨ ਪ੍ਰੀਮੀਅਰ ਲੀਗ ਦੇ ਮੀਡੀਆ ਅਧਿਕਾਰ ਹਾਸਲ ਕੀਤੇ ਹਨ? ਤਾਂ ਆਨਸਰ ਹੈ ਵਾਈਕੋਮ 18। ਤਾਂ ਹੁਣ ਇਹ ਵੂਮੈਨਸ ਦੀ ਇੰਡੀਅਨ ਪ੍ਰੀਮੀਅਰ ਲੀਗ ਵੀ ਹੋਏਗੀ IPL ਵੂਮਨ ਕ੍ਰਿਕਟ ਟੀਮ ਦੀ। Who has won the men's singles Malaysia Open title 2023? ਪੁਰਸ਼ ਸਿੰਗਲਜ਼ ਮਲੇਸ਼ੀਆ ਓਪਨ 2023 ਦਾ ਖਿਤਾਬ ਕਿਸ ਨੇ ਜਿੱਤਿਆ ਹੈ? ਇਹ ਜਿੱਤਿਆ ਗਿਆ ਹੈ ਜੀ ਵਿਕਟੋਰ ਐਕਸਲਸਨ। ਇਸ ਦੁਆਰਾ ਮਲੇਸ਼ੀਆ ਓਪਨ ਟਾਈਟਲ ਨੂੰ ਜਿੱਤਿਆ ਗਿਆ ਹੈ। Which among the following has won the Spanish Super Cup for 14th time recently? ਇਹਨਾਂ ਵਿੱਚੋਂ ਕਿਸ ਨੇ ਹਾਲ ਹੀ ਵਿੱਚ 14ਵੀਂ ਵਾਰ ਸਪੈਨਿਸ਼ ਸੁਪਰ ਕੱਪ ਜਿੱਤਿਆ ਹੈ? ਇਹ ਜਿੱਤਿਆ ਹੈ ਜੀ ਬਾਰਸੀਲੋਨਾ ਨੇ। Who has recently broken MS ਧੋਨੀ's record hitting the most sixes in ODIs in India? ਹਾਲ ਹੀ ਵਿੱਚ ਭਾਰਤ ਵਿੱਚ ਵਨਡੇ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਵਾਲਾ MS ਧੋਨੀ ਰਿਕਾਰਡ ਕਿਸ ਨੇ ਤੋੜਿਆ? ਰੋਹਿਤ ਸ਼ਰਮਾ ਨੇ। Prince Harry Duke of Sussex has released his memoir titled Spare. The book has written with the assistance of whom? ਪ੍ਰਿੰਸ ਹੈਰੀ ਸਸੇਕਸ ਦੇ ਡਿਊਕ ਨੇ ਸਪੇਅਰ ਸਿਰਲੇਖ ਵਾਲੀ ਆਪਣੀ ਯਾਦਾਂ ਨੂੰ ਜਾਰੀ ਕੀਤਾ ਹੈ। ਇਹ ਪੁਸਤਕ ਕਿਸ ਦੇ ਹੈਲਪ ਨਾਲ ਲਿਖੀ ਗਈ ਹੈ ਜੀ? ਇਹ ਪੁਸਤਕ ਲਿਖੀ ਗਈ ਹੈ J.R. ਮੋਹਿਰਿੰਗਰ ਦੀ ਹੈਲਪ ਦੇ ਨਾਲ ਇਸ ਨੂੰ ਲਿਖਿਆ ਗਿਆ ਹੈ। Who is the author of the book ਇਰਫਾਨ ਖਾਨ A Life in Movies? ਕਿਤਾਬ ਇਰਫਾਨ ਖਾਨ A Life in Movies ਦਾ ਲੇਖਕ ਕੌਣ ਹੈ? ਤਾਂ ਆਨਸਰ ਹੈ ਜੀ ਸ਼ੁਭਰਾ ਗੁਪਤਾ। The richest 1% in India now own more than dash of the country's total wealth according to Oxfam report. Oxfam ਦੀ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਸਭ ਤੋਂ ਅਮੀਰ 1% ਹੁਣ ਦੇਸ਼ ਦੀ ਕੁੱਲ ਦੌਲਤ ਦੇ ਕਿੰਨੇ ਤੋਂ ਵੱਧ ਦੇ ਮਾਲਕ ਹਨ? ਤਾਂ ਕਿੰਨੇ ਤੋਂ ਵੱਧ ਦੀ? 40% ਦੀ। ਤਾਂ ਇੰਡੀਆ ਵਿੱਚ ਜੋ ਸਭ ਤੋਂ ਅਮੀਰ 1% ਲੋਕ ਨੇ ਉਹ ਇੰਡੀਆ ਦੀ ਟੋਟਲ 40% ਵੈਲਥ ਉੱਪਰ ਰਾਜ ਕਰਦੇ ਨੇ, ਉਹ ਉਹਨਾਂ ਦੀ ਹੈ।
who has been ranked 4th in a list of 8 richest actors in the world released by World of Statistics। ਤੇ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਇੰਡੀਆ ਦੇ ਜੋ ਐਕਟਰ ਨੇ ਸ਼ਾਹਰੁਖ ਖਾਨ, ਇਹ ਵਰਲਡ ਦੇ ਰਿਚੈਸਟ ਐਕਟਰਸ ਦੇ ਵਿੱਚੋਂ 4th ਰੈਂਕ ਦੇ ਉੱਤੇ ਨੇ। ਤਾਂ 4th ਰੈਂਕ 'ਤੇ ਸ਼ਾਹਰੁਖ ਖਾਨ ਨੇ ਜੀ ਵਰਲਡ ਦੇ ਰਿਚੈਸਟ ਐਕਟਰਸ ਦੇ ਵਿੱਚ। ਇਹ ਦੇਖੋ, ਸ਼ਾਹਰੁਖ ਖਾਨ ਰੈਂਕ 3rd ਔਨ ਵਰਲਡਸ ਰਿਚੈਸਟ ਐਕਟਰਸ ਲਿਸਟ। ਸ਼ਾਹਰੁਖ ਖਾਨ ਹੈਜ਼ ਬੀਨ ਰੈਂਕਡ 4th ਇਨ ਏ ਲਿਸਟ ਆਫ 8 ਰਿਚੈਸਟ ਐਕਟਰਸ ਇਨ ਦਾ ਵਰਲਡ। 8 ਰਿਚੈਸਟ ਐਕਟਰਸ ਦੀ ਜੋ ਲਿਸਟ ਦਿੱਤੀ ਗਈ ਉਹਦੇ ਵਿੱਚੋਂ ਸ਼ਾਹਰੁਖ ਖਾਨ 4ਥੇ ਨੰਬਰ 'ਤੇ ਆਉਂਦੇ ਨੇ। ਅਤੇ ਸ਼ਾਹਰੁਖ ਖਾਨ ਦੀ ਜੋ ਨੈੱਟ ਵਰਥ ਹੈ ਉਹ ਹੈ $770 ਮਿਲੀਅਨ। ਅਤੇ ਸ਼ਾਹਰੁਖ ਖਾਨ ਓਨਲੀ ਇੰਡੀਅਨ ਨੇ ਜੋ ਇਸ ਲਿਸਟ ਦੇ ਵਿੱਚ ਆਉਂਦੇ ਨੇ। ਤਾਂ ਦੇਖੋ ਜੀ, ਸਭ ਤੋਂ ਵੱਧ ਜੋ ਪੈਸੇ ਨੇ ਉਹ ਨੇ ਜੈਰੀ ਸਿਨਫੀਲਡ ਦੇ ਕੋਲ, ਉਹ ਸਭ ਤੋਂ ਅਮੀਰ ਐਕਟਰ ਨੇ, 1 ਬਿਲੀਅਨ ਤੱਕ ਉਹਨਾਂ ਦੀ ਹੈ ਜੀ। ਟਾਈਲਰ ਪੈਰੀ, ਇਹ ਵੀ 1 ਬਿਲੀਅਨ ਦੇ ਮਾਲਿਕ ਨੇ। ਫਿਰ ਆਉਂਦੇ ਨੇ ਰੌਕ, ਡਵੇਨ ਜੌਨਸਨ 800 ਮਿਲੀਅਨ ਦੇ ਮਾਲਿਕ। ਦੈਨ ਸ਼ਾਹਰੁਖ ਖਾਨ 770 ਮਿਲੀਅਨ ਦੇ ਮਾਲਿਕ ਨੇ। ਓਨਲੀ ਇੰਡੀਅਨ ਹੂ ਇਜ਼ ਇਨ ਦਾ ਲਿਸਟ ਆਫ ਰਿਚੈਸਟ ਐਕਟਰਸ ਇਨ ਦਾ ਵਰਲਡ। ਤਾਂ ਇਹ 8 ਰਿਚੈਸਟ ਐਕਟਰ ਨੇ ਵਰਲਡ ਦੇ ਵਿੱਚੋਂ, ਅਤੇ ਉਹਦੇ ਵਿੱਚ ਸ਼ਾਹਰੁਖ ਖਾਨ 4ਥੇ ਨੰਬਰ 'ਤੇ ਆਉਂਦੇ ਨੇ। ਨੈਕਸਟ ਕੁਐਸਚਨ ਜੀ, ਸ਼ਰਦ ਯਾਦਵ ਪਾਸਡ ਅਵੇ ਰੀਸੈਂਟਲੀ ਐਟ ਦ ਏਜ ਆਫ 75 ਇਨ ਗੁਰੂਗ੍ਰਾਮ। ਹੀ ਵਾਰ ਰਿਲੇਟਡ ਟੂ ਵਿਚ ਫੀਲਡ। ਸ਼ਰਦ ਯਾਦਵ ਦਾ 75 ਸਾਲ ਦੀ ਉਮਰ 'ਚ ਹਾਲ ਹੀ ਵਿੱਚ ਗੁਰੂਗ੍ਰਾਮ 'ਚ ਦੇਹਾਂਤ ਹੋ ਗਿਆ ਸੀ। ਉਹ ਕਿਸ ਖੇਤਰ ਨਾਲ ਸੰਬੰਧਿਤ ਹਨ ਜੀ? ਤਾਂ ਉਹ ਪੋਲੀਟਿਕਸ, ਰਾਜਨੀਤੀ ਨਾਲ ਸੰਬੰਧਿਤ ਹਨ। ਰੋਨਾਲਡ ਈ ਐਸਰ, ਇਹਨਾਂ ਦੀ ਵੀ ਰੀਸੈਂਟਲੀ ਡੈਥ ਹੋਈ ਹੈ 96 ਦੀ ਏਜ ਦੇ ਵਿੱਚ। ਪੁੱਛਿਆ ਗਿਆ ਕਿ ਇਹਨਾਂ ਨੇ ਕੇਰਲਾ ਸਾਹਿਤ ਅਕੈਡਮੀ ਜੋ ਦੇ ਵਿੱਚ ਗੋਲਡ ਮੈਡਲ ਕਿਸ ਈਅਰ ਵਿੱਚ ਜਿੱਤਿਆ ਸੀ? ਤਾਂ ਇਹਨਾਂ ਨੇ ਇਹ ਈਅਰ ਗੋਲਡ ਮੈਡਲ ਜਿੱਤਿਆ ਸੀ 1983 ਦੇ ਵਿੱਚ ਜੀ। ਨੈਕਸਟ ਕੁਐਸਚਨ ਹੈ, ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ IMD ਹੈਜ਼ ਸੈਲੀਬ੍ਰੇਟਡ ਵਿਚ ਆਫ ਇਟਸ ਫਾਊਂਡੇਸ਼ਨ ਡੇ ਔਨ 15 ਜਨਵਰੀ 2023। ਭਾਰਤ ਮੌਸਮ ਵਿਭਾਗ ਨੇ 15 ਜਨਵਰੀ 2023 ਨੂੰ ਆਪਣਾ ਕਿਹੜਾ ਸਥਾਪਨਾ ਦਿਵਸ ਮਨਾਇਆ ਸੀ? ਤਾਂ ਜੀ ਆਨਸਰ ਹੈ 148ਵਾਂ 148th ਫਾਊਂਡੇਸ਼ਨ ਡੇ ਸੀ ਇੰਡੀਅਨ ਮੈਟਰੋਲੋਜੀਕਲ ਡਿਪਾਰਟਮੈਂਟ ਦਾ। ਨੈਸ਼ਨਲ ਸਟਾਰਟਅਪ ਡੇ ਇਹ ਹਰ ਸਾਲ ਕਿਸ ਡੇ ਨੂੰ ਮਨਾਇਆ ਜਾਂਦਾ ਹੈ? ਅਤੇ ਕਿਸ ਦਿਨ ਮਨਾਇਆ ਜਾਂਦਾ ਹੈ? ਹਰ ਸਾਲ ਇਹ ਮਨਾਇਆ ਜਾਂਦਾ 16 ਜਨਵਰੀ ਨੂੰ। The Indian Armed Forces have celebrated which edition of the Armed Forces Veteran Day on 14th January 2023। ਭਾਰਤੀ ਹਥਿਆਰਬੰਦ ਬਲਾਂ ਨੇ 14 ਜਨਵਰੀ 2023 ਨੂੰ ਆਰਮਡ ਫੋਰਸਿਸ ਵੈਟਰਨਸ ਡੇ ਦਾ ਕਿਹੜਾ ਐਡੀਸ਼ਨ ਮਨਾਇਆ ਹੈ? ਤਾਂ ਆਨਸਰ ਹੈ ਜੀ 7th ਐਡੀਸ਼ਨ। ਤਾਂ ਇਸ ਦੇ ਨਾਲ ਹੀ ਆਪਣਾ ਇਹ ਲੈਕਚਰ ਕੰਪਲੀਟ ਹੁੰਦਾ ਜੀ। ਆਈ ਹੋਪ ਕਿ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਇਸ ਦੇਖੋ, ਜਿਹੜੇ ਆਪਾਂ ਇਹ ਕਰੰਟ ਅਫੇਅਰ ਦੇ ਕਰਦੇ ਹਾਂ ਚ ਆਪਾਂ ਵੀਕਲੀ ਸਾਰਾ ਕਵਰ ਕਰਦੇ ਹੁੰਦੇ ਹਾਂ ਕਿ ਵੀਕਲੀ ਜੋ ਕੁਛ ਵੀ ਆਪਾਂ ਨੂੰ ਪੂਰੇ ਮੰਥ ਦੇ ਆਪਣੇ ਵੀਕ ਦੇ ਵਿੱਚ ਆਪਣੇ ਕਰੰਟ ਅਫੇਅਰ ਆਉਂਦੇ ਨੇ, ਉਹਨਾਂ ਵਿੱਚੋਂ ਮੋਸਟ ਇੰਪੋਰਟੈਂਟ ਕਰੰਟ ਅਫੇਅਰ ਆਪਾਂ ਇੱਕ ਵੀਕ ਦੇ ਕਵਰ ਕਰ ਲੈਂਦੇ ਹਾਂ। ਇਸ ਵਿੱਚ ਕੀ ਹੈ ਕਿ ਕਰੰਟ ਅਫੇਅਰ ਹੁੰਦੇ ਬਹੁਤ ਜ਼ਿਆਦਾ ਨੇ, ਘੱਟੋ ਘੱਟ 80+ ਤਾਂ ਹੁੰਦੇ ਹੀ ਨੇ ਜੀ, ਜਾਂ 100 ਹੁੰਦੇ ਨੇ। ਇਸ ਕਰਕੇ ਇਹਦੇ ਬਾਰੇ ਮੈਂ ਤੁਹਾਨੂੰ ਕੁਐਸ਼ਚਨਸ ਦੇ ਵਿੱਚ ਹੀ ਪੂਰੀ ਇਨਫੋਰਮੇਸ਼ਨ ਦੇਣ ਦੀ ਕੋਸ਼ਿਸ਼ ਕਰਦਾ ਕਿ ਤੁਹਾਡੇ ਬਹੁਤ ਸਾਰੇ ਕੁਐਸ਼ਚਨ ਤੁਹਾਡੇ ਜੋ ਕੁਐਸ਼ਚਨ ਵਿੱਚ ਉਹਦੇ ਵਿੱਚ ਹੀ ਲਿਖੇ ਜਾਣ। ਜਿਵੇਂ ਕਿ 14 ਜਨਵਰੀ ਨੂੰ ਕਿਹੜਾ ਡੇ ਮਨਾਇਆ ਗਿਆ? ਇੰਡੀਅਨ ਆਰਮਡ ਫੋਰਸਿਸ ਦੁਆਰਾ ਆਰਮਡ ਫੋਰਸਿਸ ਵੈਟਰਨ ਡੇ ਮਨਾਇਆ ਗਿਆ। ਫਿਰ ਕਿੰਨਵਾਂ ਐਡੀਸ਼ਨ ਸੀ? 7ਵਾਂ ਐਡੀਸ਼ਨ ਸੀ। ਇਸ ਤਰੀਕੇ ਨਾਲ ਤਾਂ ਇਸ ਨੂੰ ਚੰਗੀ ਤਰੀਕੇ ਨਾਲ ਦੇਖ ਕੇ ਪੜ੍ਹਿਆ ਕਰੋ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਹੋਰ ਵੀ ਜ਼ਿਆਦਾ ਡਿਟੇਲ 'ਚ ਪੜ੍ਹ ਸਕਦੇ ਹੋ। ਜਿਵੇਂ ਮੈਂ ਕਿਸੇ ਸਟੇਟ ਬਾਰੇ ਦੱਸ ਰਿਹਾ, ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਉਸ ਸਟੇਟ ਦੀ ਕੈਪੀਟਲ, ਉੱਥੋਂ ਦਾ CM, ਗਵਰਨਰ ਨੂੰ ਆਪਣੇ ਬਿਹਾਫ 'ਤੇ ਲਿਖ ਸਕਦੇ ਹੋ, ਕਿਉਂਕਿ ਮੈਂ ਇਸ ਨੂੰ ਉਦੋਂ ਡਿਟੇਲ 'ਚ ਪੂਰੀ ਕਰਾ ਸਕਦਾ ਜਦੋਂ ਆਪਾਂ ਡੇ ਬਾਏ ਡੇ ਕਰਨ ਲੱਗ, ਕਿਉਂਕਿ ਡੇ ਬਾਏ ਡੇ 10, 5 ਇੰਨੇ ਕੁ ਕਰੰਟ ਅਫੇਅਰ ਹੁੰਦੇ ਨੇ। ਉਸ ਨੂੰ ਮੈਂ ਹੋਰ ਵੀ ਓਪਨ ਕਰਕੇ ਵਧੀਆ ਡਿਟੇਲ 'ਚ ਦੱਸ ਸਕਦਾ। ਬਟ ਜਦੋਂ ਹੁਣ ਕਰੰਟ ਅਫੇਅਰ ਹੁੰਦੇ ਨੇ, ਕੁਐਸ਼ਚਨ ਹੁੰਦੇ ਨੇ 100 ਦੇ ਨੇੜੇ, ਤਾਂ ਉਦੋਂ ਅਗਰ ਮੈਂ ਇੱਕ ਇੱਕ ਕੁਐਸ਼ਚਨ ਨੂੰ ਫੁੱਲ ਡਿਟੇਲ ਦੇ ਵਿੱਚ ਦੱਸਣ ਲੱਗ ਗਿਆ ਤਾਂ ਆਪਣੀ ਵੀਡੀਓ ਤੁਸੀਂ ਲਾ ਲਓ ਕਿ 2-3 ਘੰਟੇ ਦੀ ਚਲੀ ਜਾਏਗੀ। ਤਾਂ ਇੰਨੀ ਨਾ ਤਾਂ ਲੰਬੀ ਵੀਡੀਓ ਤੁਸੀਂ ਦੇਖਣੀ ਆ, ਤਾਂ ਨਾ ਹੀ ਮੈਂ ਨਹੀਂ ਬਣਾ ਸਕਦਾ, ਕਿਉਂਕਿ ਮੈਂ ਵੀ ਥੱਕ ਜਾਊਂਗਾ। ਇਸ ਕਰਕੇ ਮੈਂ ਕੋਸ਼ਿਸ਼ ਕਰਦਾ ਕਿ ਜੋ ਆਪਣੇ ਕਰੰਟ ਅਫੇਅਰਸ ਦੇ ਵਿੱਚ ਕੁਐਸ਼ਚਨਸ ਹੁੰਦੇ ਨੇ, ਮੈਂ ਉਹਦੇ ਵਿੱਚ ਹੀ ਜ਼ਿਆਦਾ ਤੋਂ ਜ਼ਿਆਦਾ ਆਨਸਰਸ ਨੂੰ ਕਵਰ ਕਰਾਂ ਅਤੇ ਇੱਕ ਅਲੱਗ ਤੋਂ ਤੁਹਾਨੂੰ ਆਨਸਰ ਦੇਵਾਂ। ਕਿਉਂਕਿ ਜਿਹੜੇ ਬੱਚੇ ਡੇਲੀ ਬਾਏ ਡੇਲੀ ਕਰ ਰਹੇ ਨੇ, ਉਹਨਾਂ ਦੇ ਲਈ ਨਾਲ ਦੀ ਨਾਲ ਆਨਸਰ ਨਾ ਮਿਲ ਕੇ ਉਹਨਾਂ ਨੂੰ ਇੱਕ ਟਾਈਮ ਮਿਲਦਾ ਅਤੇ ਉਹ ਆਪਦੇ ਆਪ ਆਨਸਰ ਦੇ ਕੇ ਆਪਦੇ ਚੈੱਕ ਕਰ ਸਕਦੇ ਨੇ ਕਿ ਹਾਂ ਯਾਰ ਸਾਨੂੰ ਇਹ ਕੁਐਸ਼ਚਨ ਆਉਂਦਾ ਜਾਂ ਇਹ ਕੁਐਸ਼ਚਨ ਨਵਾਂ। ਤਾਂ ਇਸ ਤਰੀਕੇ ਨਾਲ ਥੋੜ੍ਹੀ ਇਹਦੇ ਵਿੱਚ ਫਾਸਟੈਸਟ ਰਿਵੀਜ਼ਨ ਵੀ ਹੁੰਦੀ ਹੈ, ਅਤੇ ਜਿਹੜੇ ਬੱਚੇ ਨਿਊ ਬਿਲਕੁਲ ਫਰੈਸ਼ ਲੈਵਲ 'ਤੇ ਦੇਖ ਰਹੇ ਨੇ ਉਹਨਾਂ ਨੂੰ ਸਾਰੇ ਦੇ ਸਾਰੇ ਕਰੰਟ ਅਫੇਅਰ ਇਹਨਾਂ ਦੇ ਹੋ ਵੀ ਰਹੇ ਨੇ। ਤਾਂ ਆਈ ਹੋਪ ਕਿ ਤੁਹਾਨੂੰ ਇਹ ਪਸੰਦ ਆ ਰਿਹਾ ਹੋਵੇਗਾ। ਅਗਰ ਤੁਹਾਨੂੰ ਦੇਖੋ ਇਹ 'ਚ ਬਹੁਤ ਮਿਹਨਤ ਲੱਗਦੀ ਹੈ, PDF ਇਹ ਸਭ ਕੁਛ PPTs ਵਗੈਰਾ ਬਣਾਉਣੀਆਂ, ਸਭ ਕੁਛ ਕਰਨਾ। ਜਦੋਂ ਤੁਸੀਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ, ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰੋ, ਸਾਡੀ ਮਿਹਨਤ ਦਾ ਮੁੱਲ ਉਦੋਂ ਹੀ ਪੈਣਾ, ਕਿਉਂਕਿ ਮਿਹਨਤ ਬਹੁਤ ਲੱਗਦੀ ਹੈ ਇਹਨੂੰ ਕਰਨ ਦੇ ਲਈ। ਦੂਜੀ ਗੱਲ,
ਅਗਰ ਤੁਸੀਂ ਇਹਨੂੰ ਧਿਆਨ ਨਾਲ ਪੜ੍ਹੋਗੇ ਨਹੀਂ ਤਾਂ ਇਹ ਚਾਹੇ ਮੈਂ ਜਿੰਨੀਆਂ ਮਰਜ਼ੀ ਵੀਡੀਓਜ਼ ਦੇ ਜਾਵਾਂ ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ। ਤਾਂ ਇੱਦਾਂ ਵੀਡੀਓਜ਼ ਨੂੰ ਚੰਗੀ ਤਰੀਕੇ ਨਾਲ ਦੇ ਫਾਇਦਾ ਲਓ, ਇਸ ਤੋਂ ਆਪਦੇ ਨੋਟਸ ਤਿਆਰ ਕਰੋ ਅਤੇ ਚੰਗੀ ਤਰੀਕੇ ਨਾਲ ਪੜ੍ਹੋ। ਤਾਂ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਨੈਕਸਟ ਲੈਕਚਰ ਆਪਾਂ ਲੈ ਕੇ ਆਵਾਂਗੇ, ਜਿਵੇਂ ਆਪਣੀ ਹਿਸਟਰੀ ਦੀ ਵੀ ਇੱਕ ਸੀਰੀਜ਼ ਚੱਲ ਪਈ, ਹਿਸਟਰੀ ਵਿੱਚ ਆਪਣੇ ਸਟੋਨ ਏਜ ਕਰ ਲਿਆ, ਅਤੇ ਹੁਣ ਆਪਾਂ ਨੈਕਸਟ ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਵੀ ਕਰਾਂਗੇ, ਜੋ MCQ ਦੀ ਫਾਰਮ 'ਚ ਆਪਾਂ ਕਰ ਰਹੇ ਹਾਂ। ਅਦਰਵਾਈਜ਼ ਇੱਕ ਵੀਕ ਪੂਰਾ ਹੋਣ ਤੋਂ ਬਾਅਦ ਆਪਣਾ 4th ਲੈਕਚਰ ਵੀਡੀਓ ਫਿਰ ਆ ਜਾਏਗੀ ਕਰੰਟ ਅਫੇਅਰ ਦੇ ਵਿੱਚ, ਜਿਹਦੇ ਵਿੱਚ ਆਪਾਂ 23 ਤੋਂ ਲੈ ਕੇ ਤੁਸੀਂ ਲਾ ਲਓ ਕਿ 30 ਜਾਂ 31 ਜਨਵਰੀ ਤੱਕ ਦੇ ਕਰੰਟ ਅਫੇਅਰ ਕਵਰ ਕਰ ਦਾਂਗੇ। ਤਾਂ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਤਦ ਤੱਕ ਰੱਬ ਰਾਖਾ, ਧਿਆਨ ਰੱਖੋ ਅਤੇ ਕੰਸਨਟ੍ਰੇਸ਼ਨ ਪੂਰੀ ਆਪਣੇ ਗੋਲ ਦੇ ਉੱਤੇ ਰੱਖੋ ਕਿ ਆਪਾਂ ਨੇ ਪੇਪਰ ਕਰੈਕ ਕਰਨਾ ਹੈ, ਜੋ ਮਰਜ਼ੀ ਕੁਛ ਹੁੰਦਾ ਰਹੇ। ਠੀਕ ਹੈ ਜੀ, ਸਿਲੇਬਸਿਸ ਵਗੈਰਾ ਬਦਲਦੇ ਹੀ ਰਹਿੰਦੇ ਨੇ, ਕੋਈ ਐਡੀ ਇਸ਼ੂ ਵਾਲੀ ਗੱਲ ਨਹੀਂ ਸੀਗੀ ਜਿੰਨੀ ਬਣਾ ਲਈ ਗਈ ਕਿ ਸਰਕਾਰ ਨੇ ਸਾਡਾ ਸਿਲੇਬਸ ਚੇਂਜ ਕਰਤਾ ਵਗੈਰਾ। ਸਾਰਾ ਸੇਮ ਸਿਲੇਬਸ ਸੀ ਯਾਰ। PPSC ਦਾ ਨਾਇਬ ਤਹਿਸੀਲਦਾਰ ਦੀ ਜਿਹੜੀ ਚੀਜ਼ ਤੁਸੀਂ ਪੜ੍ਹੇ ਹੋ ਉਹ ਸੇਮ ਸਿਲੇਬਸ ਇਹਦੇ ਵਿੱਚ ਸੀ, ਅਗਰ ਧਿਆਨ ਨਾਲ ਦੇਖੋ ਤਾਂ ਕੋਈ ਐਡਾ ਇਸ਼ੂ ਹੈ ਨਹੀਂ। ਹੁਣ ਵੀ ਕੁਛ ਨਹੀਂ ਦਿੱਤਾ, ਹੁਣ ਵੀ ਸਰਕਾਰ ਨੇ ਕੀ ਹੈ ਕਿ ਲੋਲੀਪੋਪ ਹੀ ਦਿੱਤਾ, ਠੀਕ ਆ, ਉਹਦੇ ਤੋਂ ਇਲਾਵਾ ਹੋਰ ਕੁਛ ਨਹੀਂ ਹੈਗਾ। ਤਾਂ ਬਸ ਕੰਸਨਟ੍ਰੇਸ਼ਨ ਨਾਲ ਪੜ੍ਹੋ, ਕਿਉਂਕਿ ਜੋ ਬੱਚੇ ਪੜ੍ਹ ਰਹੇ ਨੇ ਉਹਨਾਂ ਨੂੰ ਕੋਈ ਜ਼ਿਆਦਾ ਫਰਕ ਪਿਆ ਨਹੀਂ। ਉਹਨਾਂ ਨੂੰ ਸੀਗਾ ਕਿ ਜੇ ਅਸੀਂ ਪੜ੍ਹਿਆ ਹੋਇਆ ਸਭ ਕੁਛ, ਇਹ ਚਾਹੇ ਸਾਡੇ ਤੋਂ ਅਲੱਗ ਪੇਪਰ ਲੈਣ ਚਾਹੇ ਬਰਾਬਰ ਪੇਪਰ ਲੈ ਲੈਣ। ਤਾਂ ਜਿਹੜੇ ਮਿਹਨਤ ਕਰਦੇ ਨੇ ਉਹ ਆਲੇ ਦੁਆਲੇ 'ਤੇ ਧਿਆਨ ਨਹੀਂ ਦਿੰਦੇ, ਉਹ ਆਪਦੀ ਸਿਰਫ ਮਿਹਨਤ ਹੀ ਧਿਆਨ ਦਿੰਦੇ ਨੇ ਕਿ ਮਿਹਨਤ ਦਾ ਫਲ ਲਈਏ, ਇੱਕ ਨੌਕਰੀ ਲੈਣੀ ਹੈ, ਉਹ ਲੈ ਕੇ ਆਪਦੀ ਫੈਮਿਲੀ ਅਤੇ ਆਪਦੇ ਆਪ ਨੂੰ ਖੁਸ਼ ਰੱਖੀਏ। ਤਾਂ ਆਪਣੀ ਕੰਸਨਟ੍ਰੇਸ਼ਨ ਸਾਰੀ, ਆਪਦੀ ਐਨਰਜੀ ਸਾਰੀ ਆਪਦੀ ਮਿਹਨਤ ਉੱਤੇ ਲਾਓ, ਆਪਦੇ ਗੋਲ ਨੂੰ ਅਚੀਵ ਕਰਨ 'ਤੇ ਲਾਓ, ਨਾ ਕਿ ਇਹਨਾਂ ਆਲੇ ਦੁਆਲੇ ਦੀਆਂ ਗੱਲਾਂ ਉੱਤੇ। ਠੀਕ ਹੈ, ਤਾਂ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਤਦ ਤੱਕ ਰੱਬ ਰਾਖਾ।